सहज कथा प्रभु की आत्मी सहज कथा प्रभु की आत्मी सहज कथा प्रभु की आत्मी विरले काहू नेत्र होंडी विरले सहज कथा प्रभु की आत्मी पिछला CD लिंक SV 103 SV 103 बुकलेट का पन्ना है 33 नंबर 33 और श्री गुरु ग्रंथ साहिब जी का पन्ना है 739 पेज 739 सूही महला पंजवें का शब्द दी रहाओ दी तुक असी गावी है सारी संगत ने और ये कथा का जिक्र आ गया है। ये साडी लाडली कौम इन्नियां कथा युगां तो तुरियां आ रही सी। रामायण की कथा, महाभारत की कथा, गरुड़ भगवान की कथा, इन्नियां कथा हिंदुआं दे विच हो रही सी, पर सहज की कथा किसी ने नहीं सी कीती। अज असीं वो विशा लै रहे हैं जो इस ज्ञान का ऐसा तुरा है। सहज की अवस्था दसणगे, सहज कित्थे मिलता है, सहज का महना की है। इस करके ऐसी उच्ची स्टेज है। असी सब तो पहला हर एक ना असी गृहस्थी लोग हैं, सारिਆਂ ਦੀ शादी हुई है। उस वेले लावां पढ़ियां जांदियां हैं। पहली लाम, फिर दूजी लाम, फिर तीजी लाम, फिर चौथी लाम ते एंड हुंदा है। चौथी लाम च जिहड़ा ज्ञान है वो ये कहता हर चौथड़ी लाम मन सहज पिया हार पाया बलराम जी। पहलियां लावां च नहीं रब आया, चौथी लाम चाहता भी रब पा लिया मैं और मैं सहज हर चौथड़ी लाम मन च सहज आ जाता है। ये एडी उच्ची अवस्था है जिहड़ी टॉप की अवस्था है। ਉਹਦੀ कथा असी शुरू करन लगे हैं जिहड़ी अजीब है। आम कथा मुक जांदियां है। आम कथा च इंसानां दा जिक्र है, भावें वो इंसान दियां दो लत्तां ते दो बाहां होण पर उन्होंने राम भगवान बना दिता जाता है, भगवान रब बना। इन्ने भगवान है भी पंजाब दे विच भी और सारे हिंदुस्तान माड़ी जी किसी की अंदर चढ़ाई हुई वो भगवान रजनीश जी भगवान साई मतलब भगवान तो ठां को उतरता ही नहीं। अज देखियो कित्थे जाके सहज कथा भगवान ते रब उसका कोई मुकाबला नहीं, पर रब बन के बैठे जाते हैं। हाँ, इट चक्को तो भगवान आ जाता। साढ़े साथी कहते जी इट चक्कन की लोड़ नहीं, उत्ते बैठा भगवान। इन्ने भगवान और वो अपने आप को रब करवा रहे हैं। आहो असी एडा गूढ़ा ज्ञान
ਔਰ ਗੁਰੂਆਂ ਦੀ ਗਰੀਬੀ ਦੇਖਿਓ। ਆ ਜਿਹੜਾ ਸ਼ਬਦ ਤੁਹਾਡੇ ਹੱਥਾਂ 'ਚ ਹੈ, ਇਹ ਮਹੱਲੇ ਪੰਜਵੇਂ ਦਾ, ਇਹਦੀ ਗਰੀਬੀ ਆਣ ਕੇ ਲੱਭਾਂਗੇ ਅਖੀਰ 'ਤੇ ਵੀ ਮੈਂ ਕੁਛ ਨਹੀਂ ਹੈ, ਮੈਂ ਨਹੀਂ ਸਹਿਜ ਪਾਇਆ ਹਾਲੀ। ਲੇਕਿਨ ਸਹਿਜ ਦੀ ਜਿਹੜੀ ਕਥਾ ਹੈ, ਕਿਉਂ ਕਥਾ ਦਾ ਰਿਵਾਜ ਬੜਾ ਅੱਜ ਕੱਲ੍ਹ ਸਾਡੇ ਸਿੱਖਾਂ 'ਚ ਵੀ, ਝੂਠ ਦੇ ਪਲੰਦੇ ਕਹਾਣੀਆਂ ਸੂਰਜ ਪ੍ਰਕਾਸ਼ ਦੀਆਂ, ਇੱਕ ਬੰਦੇ ਦਾ ਕਵੀ ਦਾ ਇੱਕ ਦਾ ਬਰੇਨ ਚੱਲ ਰਿਹਾ, ਉਹ ਗੁਰੂਆਂ ਨੂੰ ਵੀ ਬੁਲਾ ਰਿਹਾ ਉੱਦਾਂ ਵੀ ਗੁਰੂ ਆਹ ਬੋਲੇ ਆਹ ਬੋਲੇ। ਉਹ ਗੁਰੂ ਬੋਲੇ ਤੇ ਸ਼ਬਦ ਬੋਲੇ ਆ, ਇੰਨੇ ਸ਼ਬਦ ਉਹਨਾਂ ਦੇ ਆਏ ਆ, ਆਪਣਿਆਂ ਨੂੰ ਲਾ ਕੇ ਪਿਆਰ 'ਚ ਹੋ ਰਿਹਾ ਸਾਰਾ ਕੁਛ, ਗੁਰੂਆਂ ਦੇ ਪਿਆਰ 'ਚ, ਪਰ ਗਲਤ ਚੀਜ਼ ਹੈ। ਅਸੀਂ ਗੁਰੂਆਂ ਨੂੰ ਜੋ ਕਹਾਣੀਆਂ 'ਚ ਬੁਲਾ ਰਹੇ ਹਾਂ ਵੀ ਬਾਬਾ ਨਾਨਕ ਇਸ ਵੇਲੇ ਆਹ ਬੋਲਿਆ, ਸਾਰਾ ਗਲਤ ਹੈ। ਗੁਰੂ ਬਹੁਤ ਘੱਟ ਬੋਲਦੇ ਸੀ, ਬੋਲੇ ਤੇ ਉਹਨਾਂ ਨਾਲ ਸ਼ਬਦ ਥੋੜ੍ਹੇ ਆ ਸਾਡੇ ਕੋਲ। ਔਰ ਫਿਰ ਕਥਾ ਕਰਨ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ, ਜਿੰਨਾ ਕਥਾ ਦਾ ਰਿਵਾਜ ਸਿੱਖੀ 'ਚ ਤੁਰੇ ਆ, ਨਾਲ ਦੀ ਕੌਮ ਤੋਂ ਅਸੀਂ ਚੀਜ਼ ਲਈ ਹੈ। ਸਾਡੇ 'ਚ ਕਥਾ ਕੀ ਹੈ? ਸਾਡੇ 'ਚ ਆਹ ਕਥਾ ਹੈ ਜੋ ਰਹਾਉ ਲਾਇਆ ਗੁਰੂ ਅਰਜਨ ਦੇਵ ਜੀ ਨਾਲ, ਸਹਿਜ ਕਥਾ ਪ੍ਰਭ ਕੀ ਅਤਿ ਮੀਠੀ, ਸਹਿਜ ਕਥਾ ਪ੍ਰਭ ਕੀ ਅਤਿ ਮੀਠੀ। ਰਹਾਉ ਦੀ ਤੋਗਾ ਵੀ ਹੈ। ਕਥਾ ਦਾ ਇੰਨਾ ਰਿਵਾਜ ਹੋ ਗਿਆ ਸਿੱਖੀ 'ਚ ਕਿ ਬਾਣੀਆਂ ਨੇ ਘੱਟ ਹੈ, ਜਿੱਥੇ ਸੂਰਜ ਪ੍ਰਕਾਸ਼ ਦੀ ਕਥਾ ਹੋਏ। ਮੈਂ ਹੱਡ ਬੀਤੀਆਂ ਪੰਜਾਬ 'ਚ ਰਹਿ ਕੇ ਦੇਖ ਚੁੱਕਾ, ਆਹ ਸੀਨਾ ਸੜ ਜਾਂਦਾ ਜਿਸ ਵੇਲੇ ਕਥਾ ਸੁਣਨ ਵਾਲੇ ਜਾ ਰਹੀਆਂ ਬੀਬੀਆਂ। ਆ ਖੰਨੇ ਦੇ ਵਿੱਚ ਗੋਬਿੰਦਗੜ੍ਹ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ, ਜਿੱਥੇ ਸਾਡੇ ਨਾਲ ਹੀ ਅਸੀਂ ਉਹਨਾਂ ਦੇ ਘਰ ਜਾਣਾ ਸੀ ਸਾਰਾ, ਅਤੇ ਉਹ ਬੀਬੀਆਂ ਬਾਹਰ ਜਾ ਰਹੀਆਂ, ਦੂਸਰੀਆਂ ਬੀਬੀਆਂ ਬੁਲਾ ਰਹੀਆਂ, ਜੀ ਬੀਬੀ ਛੇਤੀ ਆਓ, ਅੱਜ 6ਵੀਂ ਪਾਤਸ਼ਾਹੀ ਦਾ ਤੀਸਰਾ ਵਿਆਹ ਹੋਣਾ ਵੈ। ਗੁਰੂ ਹਰਗੋਬਿੰਦ ਸਾਹਿਬ ਦੇ ਅੱਜ ਉਹਨਾਂ ਦੀ ਕਥਾ ਚਲੋ ਸੁਣੀਏ ਸਾਰੇ। ਮੈਂ ਕਹਾਂ ਗੁਰੂਆਂ ਨਾਲ ਕੋਈ ਸ਼ਾਦੀ, ਬਾਬਾ ਨਾਨਕ ਤੇ ਲਿਖਦਾ ਸੱਤੀ ਰੰਨੀ ਘਰੇ ਸਿਆਪਾ। ਹਰ ਗੁਰੂ ਦੀ ਇੱਕ ਇੱਕ ਵਾਈਫ ਸੀ, ਇੱਕ ਇੱਕ ਸਾਰੀ, ਇਹ ਮੁਸਲਮਾਨ ਕਰਦੇ ਸੀ, ਸੱਤੀ ਰੰਨੀ ਘਰੇ ਸਿਆਪਾ। ਔਰ ਸਾਰੇ ਤੁਸੀਂ ਸਭ ਗੁਰੂਆਂ ਦੇ ਵਿਆਹ ਕਰ ਦਿੱਤੇ ਇਹਨਾਂ ਨਾਲ। ਸੂਰਜ ਪ੍ਰਕਾਸ਼ ਵਾਲੇ ਰਾਈਟਰ ਨਾਲ, ਕਵੀ ਸੰਤੋਖ ਸਿੰਘ ਨਾਲ, ਗੁਰੂ ਹਰਰਾਏ ਸਾਹਿਬ ਦੇ 7 ਵਿਆਹ। ਕਰਮ ਸਿੰਘ ਸਟੋਰੀਅਨ ਪਿੱਠ ਦਾ ਮਰ ਗਿਆ, ਕਹਿੰਦਾ ਰਾਜਾ ਕੋਈ ਮੰਡੀ ਦਾ ਆਇਆ, ਉੱਧਰੋਂ ਉਹਦੀਆਂ 7 ਕੁੜੀਆਂ ਸੀ, 7 ਗੁਰੂ ਹਰਰਾਏ ਸਾਹਿਬ ਨੂੰ ਵਿਆਹ ਤੀਆਂ। ਔਰ ਇਹਨਾਂ ਦੇ ਇਤਿਹਾਸ ਜੋ ਕਹਾਣੀਆਂ 'ਚ ਲਿਖਤੀ ਪ੍ਰੂਫ ਹੈ, ਕਿਤਾਬਾਂ ਮੇਰੇ ਕੋਲ, ਫਲਾਨੀ ਮਾਤਾ ਫਲਾਨੀ ਗੁਰੂ ਹਰਰਾਏ ਸਾਹਿਬ ਦੀਆਂ। ਕਰਮ ਸਿੰਘ ਸਟੋਰੀਅਨ ਕਹਿੰਦਾ ਵੀ ਛੋਟੀ ਕੁੜੀ ਨੂੰ ਕੁੱਛੜ ਲੈ ਕੇ ਫੇਰੇ ਦਿੱਤੇ ਸੀ। ਔਰ ਇਹ ਕਥਾ ਚੱਲ ਰਹੀ ਆ, ਇਹ ਕਥਾ ਦਾ ਰਿਵਾਜ ਅਸੀਂ ਨਾਲ ਦੀ ਕੌਮ ਚੁਣਾ। ਤੁਹਾਨੂੰ ਹੁਣ ਦੱਸਾਂਗੇ ਵੀ ਸਾਡੀ ਕੀ ਕਥਾ ਹੈ। ਕਮਾਲ ਦੇ ਸ਼ਬਦ ਆ ਰਹੇ ਨੇ ਸਾਰੇ ਕਥਾ ਦੇ ਉੱਤੇ, ਸਹਿਜ ਦੀ ਅਵਸਥਾ 'ਤੇ ਅਸੀਂ ਸੰਭਲੀਏ। ਸਾਡੀ ਸਿੱਖੀ ਕਿੱਧਰ ਨੂੰ ਗੁਰੂਆਂ ਨੂੰ ਕਲੰਕਿਤ ਕਰ ਰਹੀ ਹੈ। ਔਰ ਇਹੋ ਨਿੰਦਿਆ ਗੁਰੂਆਂ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਕਰਦੇ ਨੇ। ਮਾਤਾ ਸਾਹਿਬ ਦੇਵਾਂ ਜੀ ਕੋਈ ਚੜਾ ਗਿਆ, ਮਹਾਰਾਜ ਕਹਿੰਦੇ ਮੈਂ ਇਹਨੂੰ ਆਂਗਣਾ ਨਹੀਂ ਲਾਉਣੀ, ਪਰ ਸਾਰੀ ਉਮਰ ਨਾਲ ਰਹੀ। ਔਰ ਸਾਹਿਬ ਦੇਵਾ ਮਾਤਾ ਖਾਲਸੇ ਦੀ ਬਣਾਤੀ। ਐਸਾ ਅਨਰਥ ਹੋ ਰਿਹਾ, ਜਿਹੜੀਆਂ ਕਹਾਣੀਆਂ ਝੂਠੀਆਂ ਬਾਣੀ ਰਾਹੀਂ ਅਸੀਂ ਸਾਬਤ ਕਰਾਂਗੇ ਕਿ ਕੋਈ ਗੁਰੂਆਂ ਦੀ ਇੱਕ ਕੀ ਸ਼ਾਦੀ ਸੀ, ਇੱਕ ਹੀ ਸਾਰੇ ਸਾਹਿਬਜ਼ਾਦੇ ਚਾਹਾਂ ਦੇ ਸਾਰੇ। ਲੇਕਿਨ ਉਹ ਇਤਿਹਾਸ ਸਾਡਾ ਗੰਦਾ ਹੋਇਆ ਜਿਹੜਾ ਕਿ ਸਾਨੂੰ ਸਾਬ। ਔਰ ਸ਼ੁਕਰ ਕਰੋ ਵੀ ਅਕਾਲ ਤਖਤ ਨੇ ਇਹ ਹੁਕਮਨਾਮਾ ਛੱਡ ਦਿੱਤਾ ਸ਼੍ਰੋਮਣੀ ਕਮੇਟੀ ਦੇ ਹੈੱਡ ਨੂੰ ਵੀ ਸਾਰਾ ਸਿੱਖ ਇਤਿਹਾਸ ਸਤਿਗੁਰ ਦੀ ਬਾਣੀ ਦੇ ਰਾਹੀਂ ਸਾਫ਼ ਕੀਤਾ ਜਾਏ। ਸਤਿਗੁਰ ਦੀ ਜੋ ਬਾਣੀ ਕਹਿੰਦੀ ਆ ਉਹਦੇ ਹਿਸਾਬ ਗੱਲ ਠੀਕ ਮੰਨੋ, ਬਾਕੀ ਸਾਰੀਆਂ ਗਲਤ ਕਰੋ। ਹੋ ਰਿਹਾ ਪੰਥ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹੁਕਮਨਾਮੇ ਨਿਕਲ ਚੁੱਕੇ ਨੇ ਵੀ ਜੋ ਵੀ ਫੈਸਲਾ ਹੋਵੇ ਸਤਿਗੁਰ ਦੀ ਬਾਣੀ ਦੇ ਹਿਸਾਬ ਨਾਲ ਹੋਵੇ।
इथों बाद ना कोई प्रचार होवे ना कोई प्रसार होवे। से कौम इकट्ठी हो रही, लेकिन इकट्ठी होएगी तदे दिन अगे आहो जे शब्द होणगे भी साडी कथा। हुण अगर शब्द लांगे कबीर साहब दा एडा भी साडी जिहड़ी ये कथा रब दी है, ना वो जगह घेरदी है, ना उसदा वजन है, ना वो हल्की है, ना भारी है। अजीब शब्द आ रहे हैं, ऐसी स्पिरिचुअलिज्म क्लीयर करनगे सारे भी साडी ये अंदरली चौथी अवस्था है। चार ही दशा ने और चौथे पद में सहज है, चौथी लाम च सहज हो जाता। इस करके इन्नी चढ़ाई अंदर हो जाती, वो स्पिरिचुअल स्टेज है सहज दी, जिथे जाके आ रहा आया सहज कथा प्रभु की अति मीठी, सहज कथा प्रभु की अति मीठी। वो कथा मिठी नहीं, मुँह ना को सिमली दे नहीं सकता भी क्या हो जी वो मिठी है। फिर एक ऐसी मिठी चीज़ लिखती, लिख लगे नेत्रो डीठी। नेत्रां च भी कथा आ जाती है, ऐसे रसीले नेत्र हो जाते सारे। ये है सहज की अवस्था च पहुँचना। इस करके असी इन्ने शब्द लियावांगे जिहड़ा सहज क्लीयर हो जाऊगा भी चौथे पद में सहज है। कबीर साहब कहते हाथी मोरी सुटिया आप शब्द हो सच्चा, कहानी सच्ची जिहड़ी शब्दां च आई है। इस छोटे जे गरीब भगत नूं जरा इहनूं तंगड़ च बन्ह के छोटा करके सुल्तान ने हाथी मंगवाया और उन्होंने सवाल नूं कहंदा मार चोट हाथी दे और ये तंगड़ च बद्धा पिया है। भगत इहदे उत्ते पैर रखे और इनू इहदियां हड्डियां कुट सटे फड़ के वो जिस वेले हाथी कोल जाए वो सुंड ना सलाम करके वापस हो जाए। कहानी सच्ची है, कबीर साहब की आप जो लिखी उन्होंने। वो फिर बादशाह का आया मार होर सट मार, नहीं तो मैं तेन जेल च पा दांगा। कहते जी मैं तो बथेरा अंकस मारदा हाँ, ये पोटली के लागे जाके उन्होंने नमस्कार करके वापस हो जाता। सुनना मैं की करा। कबीर साहब वो शब्द कहते तू मैनू मार नहीं सकिया कोई। चौथे पद में जानकी जिंद कहो कबीर हमरा गोबिंद। ਇਹੋ ਹਾਲ ਸਾਡੇ ਸਿੰਘਾਂ ਦਾ ਸੀ, ਭਾਈ ਤਾਰਸ ਵਰਗਿਆਂ ਦਾ, ਸਵੈਕ ਸਿੰਘ ਵਰਗਿਆਂ ਦਾ। ਬੰਦ ਕਟਵਾ ਤੇ ਸਾਹ ਇੰਨੀਆਂ ਪਿਛਲੀਆਂ ਕਿਉਂ ਸੀ? ਕਿਉਂਕਿ ਐਸ ਅਵਸਥਾ ਦੇ ਮਾਲਕ ਸੀ ਉਹ, ਉਹਨਾਂ ਦੇ ਅੰਦਰ ਸਹਿਜ ਦੀਆਂ ਅਵਸਥਾ ਸੀ। ਇਸ ਕਰਕੇ ਚੌਥੇ ਪਦ में जानकी जिंद कहो कबीर हमरा गोबिंद। और ਇਹ ਗੁਰੂ ਅਰਜਨ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ, ਤੱਤੀ ਰੇਤ ਪੈਰੀ ਜੇਠ ਅੱਠ ਦੇ ਦਿਨ। ਅੰਦਰ ਕੀ ਸੀ ਉਹਨਾਂ ਦੀ? ਆਹ ਕਥਾ ਚੱਲ ਰਹੀ ਸੀ, ਸਹਿਜ ਦੀ ਅਵਸਥਾ। ਸਹਿਜ ਕਥਾ ਪ੍ਰਭ ਕੀ ਅਤਿ ਮੀਠੀ, ਇਹ ਸਹਿਜ ਕਥਾ ਪ੍ਰਭ ਕੀ ਅਤਿ ਮੀਠੀ। ਇਹ ਵਿਰਲੇ नेत्रों नीठी, विरले काहू नेत्रों नीठी। चौथे पद च सहज है, अखीरली अवस्था है। चारे दशा ने, चारे कुंडा ने, ईस्ट वैस्ट नॉर्थ साउथ, और चार ही साढ़े खंड है, पंजवा खंड नहीं है। पहला धर्म खंड है जो जपजी साहब जाए ने, ये सारिया स्पिरिचुअल स्टेजा अंदर। पहला धर्म खंड है, दूसरा ज्ञान खंड है, तीसरा सर्म खंड है, चौथा कर्म खंड है। कर्म वाले नहीं, कर्म उर्दू का लफज है, कर्म खंड है बख्शिश का खंड, मेहर का खंड, जिथे सारी भगत है। नाम मरे न ठागे जाए जिनके राम वसे मन माए। वो सारे भगतों का हैडकुआर्टर है कर्म खंड। चार ही खंड है,
ਪੰਜਵਾਂ ਖੰਡ ਨਹੀਂ ਹੈ। ਜਾ ਕੇ ਜਪਜੀ ਸਾਹਿਬ ਦਾ ਪਾਠ ਪੜ੍ਹਿਓ, ਉਹ ਖੰਡੇ ਹੈ, ਡੱਡੇ ਨੂੰ ਸਿਹਾਰੀ ਪਾ ਗਏ। ਜਦੋਂ ਸਹਿਜ ਦੀ ਚਲੀ ਜਾਂਦੀ ਫਿਰ ਹਿਰਦਾ ਹੀ ਖੁੱਲ੍ਹ ਜਾਂਦਾ, ਹਿਰਦੇ 'ਚ ਹੀ ਰੱਬ ਆ ਜਾਂਦਾ। ਜਿਸ ਠਾਕਰ ਕੋ ਸੁਨਤ ਅਗਾਧ ਬੋਧ, ਇਹੋ ਮਹੱਲਾ ਕਹਿ ਰਿਹਾ, ਸੋ ਗੁਰੇ ਹਿਰਦੇ ਦੀਆ, ਸੋ ਹਿਰਦੇ ਗੁਰ ਦਿਆ। ਮੇਰੇ ਹਿਰਦੇ 'ਚ ਹੀ ਆ ਗਿਆ ਰੱਬ। ਚਾਰ ਖੰਡ 'ਚ ਤੋਂ ਬਾਅਦ ਰੱਬ ਹਿਰਦੇ 'ਚ ਹੀ ਆ ਜਾਂਦਾ ਹੈ, ਬਾਹਰ ਨਹੀਂ ਰਹਿੰਦਾ ਔਰ ਅੰਦਰ ਹੀ ਹੈ। ਇਸ ਕਰਕੇ ਚਾਰੇ ਦਸ਼ਾ ਨੇ, ਚਾਰ ਹੀ ਸਹਿਜ ਦੀਆਂ ਅਵਸਥਾ ਹੈ। ਚੌਥੇ ਪਦ ਮੇਂ ਸਹਿਜ ਹੈ ਔਰ ਚਾਰ ਹੀ ਖੰਡ ਨੇ, ਲੇਕਿਨ ਅਗਲਾ ਖੰਡੇ ਹੈ। ਤਾਂ ਉਹਨੂੰ ਡੰਡੇ ਨੂੰ ਸਿਹਾਰੀ ਰਾਗ ਹੈ, ਹਿਰਦੇ 'ਚ ਹੀ ਤੇਰੇ 'ਚ ਰੱਬ ਆ ਜਾਣਾ। ਇਸ ਕਰਕੇ ਇਹ ਟੌਪ ਦੀਆਂ ਚੀਜ਼ਾਂ, ਔਰ ਅਸੀਂ ਰਹਾਉ ਦੀ ਤੋਂ ਗਾ ਰਹੇ ਹਾਂ ਸੰਗਤ ਨਾਲ ਰਲ ਕੇ। ਉੱਥੇ ਕੀ ਹੁੰਦਾ ਹੈ, ਕੀ ਚਮਤਕਾਰ ਹੈ, ਦੇਖਿਓ ਕੈਸਾ ਸ਼ਬਦ ਆ ਮੱਲੇ ਪੰਜਵੇਂ ਦਾ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਲੇਕਿਨ ਆਪਣੀ ਗਰੀਬੀ ਜਾਉਣਗੇ, ਥੱਲੇ ਲੁਕੋ ਜਾਣਗੇ, ਮੇਰੀ ਨਹੀਂ ਹੈ ਅਵਸਥਾ। ਔਰ ਨਾਨਕ ਦੇ ਕੱਕੇ ਨੂੰ ਔਂਕੜ ਦੇ ਜਾਣਗੇ, ਮੇਰੀ ਨਹੀਂ ਹੈ ਅਵਸਥਾ। ਇਹ ਉਹਨਾਂ ਦੀ ਜਿਹੜੇ ਮਾਣ ਰਹੇ, ਮੈਂ ਤੇ ਬਹੁਤ ਗਰੀਬ ਹੈ, ਨਾਨਕ ਜੋਤ ਵੀ ਨਹੀਂ ਮੈਂ ਹੈ। ਸਹਿਜ ਕਥਾ, ਇਹ ਰਾਗ ਦੀ ਟੋਕਲੀ ਰੈਵੋਲੂਸ਼ਨ ਗਿਆਨ ਹੈ ਵੀ ਇਹ ਝੂਠੀਆਂ ਕਥਾ ਛੱਡੋ, ਇਨਸਾਨਾਂ ਦੀਆਂ ਜਾਂ ਸਾਰੀਆਂ ਰੱਬ ਨਾਲ ਜੁੜੋ। ਸਹਿਜ ਕਥਾ ਪ੍ਰਭ ਕੀ ਅਤਿ ਮੀਠੀ, ਸਹਿਜ ਕਥਾ। ਇਹਨਾਂ ਦੀਆਂ ਇੰਨੀਆਂ ਕਥਾ ਮਸ਼ਹੂਰ ਆ ਸਾਰੀਆਂ, ਇਹਨਾਂ ਦੇ ਇਤਿਹਾਸ ਪੜ੍ਹੋ। ਫਿਰ ਕਾਮਾਂ ਨੇ ਕਥਾ ਸੁਣ ਲਈ ਤੇ ਉਹ ਮੁਕਤ ਹੋ ਗਏ। ਰਮਾਇਣ ਦੀ ਕਥਾ ਸਾਰੀ ਕਿੰਨੇ ਦਿਨ ਚੱਲਦੀਆਂ ਕਥਾ, ਉਹ ਸਾਰਾ ਅੱਛੀ ਚੀਜ਼ ਹੈ, ਅੱਛੇ ਬਣਿਆ, ਜਿੱਦਾਂ ਜਿੱਦਾਂ ਦਾ ਉਹਨਾਂ ਦਾ ਯਕੀਨ ਆ ਆਪਣੇ ਰੱਬ ਨੂੰ, ਭਗਵਾਨਾਂ ਨੂੰ ਮੰਨ ਰਹੇ ਨੇ। ਔਰ ਉਹ ਸਹਿਜ ਕਥਾ ਕਹਿੰਦੇ ਫਲਾਣੇ ਨੇ ਕਥਾ ਸੁਣ ਲਈ ਰਮਾਇਣ ਦੀ ਤੇ ਉਹ ਕਾਂ ਮੁਕਤ ਹੋ ਗਏ। ਉਹ ਕਦੀ ਕਾਂ ਬੰਦਾ ਬਣੇਗਾ, ਮਾਨਸ ਜਨਮ 'ਚ ਆਏਗਾ, ਨਾਮ ਜਪੇਗਾ, ਗੁਰੂ ਧਾਰੇਗਾ, ਤਾਂ ਮੁਕਤ ਕੋਈ ਹੋ ਸਕਦਾ। ਕਾਂ ਜੂਨੀ ਕਿੱਦਾਂ ਮੁਕਤ ਹੋ ਜੂਗੀ? ਕੱਲ੍ਹ ਦੀ ਪਿਛਲੀ ਚੌਂਕੀ 'ਚ ਦੱਸਿਆ ਸੀ ਵੀ ਉਹ ਤੰਦੂਏ ਨਾਲ ਹਾਥੀ ਨੂੰ ਫੜ ਲਿਆ, ਸਾਰਾ ਉਹਨੇ ਚੰਗਿਆੜ ਮਾਰੀ, ਰੱਬ ਨੇ ਉਹਨੂੰ ਬਚਾ ਲਿਆ ਔਰ ਬਾਹਰ ਆ ਗਿਆ, ਲੇਕਿਨ ਉਹ 'ਚੋਂ ਮੁਕਤ ਨਹੀਂ ਹੋਇਆ। ਕਿਸੇ ਜੂਨ 'ਚ ਮੁਕਤ ਨਹੀਂ ਹੋ ਸਕਦਾ। ਦਇਆ ਕੀਤੀ ਰੱਬ ਨੇ ਉਸ ਜਾਨਵਰ ਦੇ ਉੱਤੇ, ਪਿਛਲੀ ਟੇਪ 'ਤੇ ਪੜ੍ਹੋ। ਇਸ ਕਰਕੇ ਜਿਹੜੀ ਮੁਕਤੀ ਹੈ, ਮੁਕਤੀ ਆ ਮਾਨਸ ਜਨਮ ਲਏਗਾ, ਨਾਮ ਦੀ ਕਮਾਈ ਕਰੇਗਾ, ਉਹਦੀ ਕਿਰਪਾ ਦੇ ਨਾਲ ਤਾਂ ਮੁਕਤ ਹੋਏਗਾ। ਲੇਕਿਨ ਬਾਕੀ ਜਿਹੜੀ ਇਹ ਸਹਿਜ ਕਥਾ ਪ੍ਰਭ ਕੀ ਹੈ, ਇਹਦੇ ਅਜੀਬ ਸ਼ਬਦ ਲਿਆਵਾਂਗੇ, ਐਨ ਕ੍ਰਿਸਟਲਾਈਕ ਕਲੀਅਰ ਹੋ ਜਾਊ ਵੀ ਇਹ ਰੈਵੋਲੂਸ਼ਨਰੀ ਗਿਆਨ ਹੈ। ਜਿੰਨੀਆਂ ਪਿਛਲੀਆਂ ਕਥਾ ਚੱਲੀਆਂ ਹੁੰਦੀਆਂ ਸੀ ਇਨਸਾਨਾਂ ਦੀਆਂ, ਫੁੱਲਾਂ ਸਭ ਝੂਠ ਦੇ ਪਲੰਦੇ ਆ, ਆਹ ਕਥਾ ਸੱਚੀ ਹੈ। ਸਹਿਜ ਕਥਾ ਪ੍ਰਭ ਕੀ ਅਤਿ ਮੀਠੀ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸ਼ੁਰੂ ਕਰ ਦਿੰਦੇ। ਜਿੰਨਾ ਨੂੰ ਪਤਾ ਹੁਕਮਨਾਮਾ ਲੈ ਕੇ ਫਿਰ ਮਾਲਾ ਦੇ ਕੇ ਫਿਰ ਜੂੰ ਜੱਕੜ ਵੱਢਣੇ ਸ਼ੁਰੂ ਕਰਦੇ ਕਹਾਣੀਆਂ ਦੇ ਰਾਹੀਂ। ਸਾਰੀ ਉਹ ਕਥਾ ਹੈ। ਨਾਮ ਤੇ ਤੁਸੀਂ ਜਪਦੇ ਨਹੀਂ ਹੋ। ਸਹਿਜ ਕਥਾ ਪ੍ਰਭ ਕੀ ਅਤਿ ਮੀਠੀ, ਇਹ ਫੇਰ ਲੈ ਕਾਹੂ नेत्र होंडी। कैसी सच्चाई है वीर ले काहू नेत्र होंडी। सहज कथा प्रभ की अति मीठी। रहाओ आओ शब्द शुरू तो लईए। सुख महल जाके ऊंच दुआरे। ऐसा महल है सुख ही सुख होते।
ਟੌਪ ਦੀ ਅਵਸਥਾ, ਜਿੱਥੇ ਮਹਿਲਾਂ 'ਚ ਬਾਣੀ ਆਈ ਮਹੱਲਿਆਂ ਨੂੰ। ਮਹਿਲ ਕਹਿ ਲਓ, ਮਹੱਲਾ ਕਹਿ ਲਓ, ਇੱਕੋ ਹੀ ਗੱਲ ਹੈ। ਮਹਿਲਾਂ ਗੁਰੂਆਂ ਮਹਾਰਾਜਾਂ ਕੋਲ ਮਹਿਲ ਹੈ, ਬਾਕੀ ਭਗਤਾਂ ਦੀ ਬਾਣੀ ਹੈ, ਉਹਦਾ ਲੈਵਲ ਹੋਰ ਹੈ। ਲੇਕਿਨ ਸਭ ਚੀਜ਼ ਇੱਕੋ ਹੀ ਹੈ, ਲੇਕਿਨ ਆਪਣਾ ਆਪਣਾ ਟਿਕਾਣਾ ਹੈ। ਆਹ ਮਹਿਲ ਇੱਥੇ ਆਉਂਦਾ ਜਾ ਕੇ ਜਿੱਥੇ ਸਹਿਜ ਕਥਾ, ਔਰ ਉਹ ਮਹੱਲ ਹੈ ਜਿੱਥੇ ਬਾਣੀ ਆਉਂਦੀ ਹੈ ਗੁਰੂਆਂ ਭਗਤਾਂ ਨੂੰ। ਸੁਖ ਮਹਿਲ ਜਾ ਕੇ ਊਚ ਦੁਆਰੇ, ਇਹ ਤਾਂ ਮੈਂ ਵਾਸੇ ਭਗਤ ਪਿਆਰੇ। ਕਰਮ ਖੰਡ ਦੀ ਖੇਲ ਹੈ, ਬਖਸ਼ਿਸ਼ ਵਾਲੇ ਖੰਡ ਦੀ। ਸੁਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਇਹ ਭਗਤ ਪਿਆਰੇ, ਤਾਂ ਮੈਂ ਵਾਸੇ ਇਹ ਭਗਤ ਪਿਆਰੇ। ਉਹ ਕੀ ਹੈ ਜਪਜੀ ਸਾਹਿਬ ਜੀ, ਕੈਸਾ ਹੈ ਬਖਸ਼ਿਸ਼ ਦਾ ਖੰਡ ਦੱਸਿਆ। ਸਾਰਿਆਂ ਨੂੰ ਯਾਦ ਹੋਣਾ, ਕਰਮ ਨੂੰ ਕਰਮ ਕਾਂਡ ਨਹੀਂ ਸਮਝਣਾ। ਕਰਮ ਹੈ ਬਖਸ਼ਿਸ਼, ਉਰਦੂ ਦਾ ਲਫ਼ਜ਼ ਹੈ, ਪਰਸ਼ੀਅਨ ਦਾ। ਮਿਹਰ ਜਿਹਦੇ ਤੇ ਹੋ ਜਾਏ, ਕਿਉਂਕਿ ਹਿੰਦੂ ਮੁਸਲਮਾਨ ਸਾਰੇ ਪੈਰੋਕਾਰ ਸੀ ਬਾਬੇ ਨਾਨਕ ਦੇ। ਤੇ ਉਹਨਾਂ ਨੂੰ ਜੋ ਤੂੰ ਜਪ ਆਇਆ ਅਕਾਲ ਪੁਰਖ ਵੱਲੋਂ, ਉਹ ਕਿਸੇ ਗੁਰੂ ਦੀ ਬਾਣੀ ਨਹੀਂ ਹੈ, ਅਕਾਲ ਬਾਣੀ ਹੈ। ਕਿਉਂਕਿ ਉੱਤੇ ਮਹੱਲਾ ਕੋਈ ਨਹੀਂ ਹੈ ਇਸ ਜਪ ਦਾ, ਉਹਦੇ 'ਚ ਖੰਡ ਆਉਂਦੇ ਹੈ। ਕਰਮ ਖੰਡ ਕੀ ਬਾਣੀ ਜੋਰ ਵਾਲੀ ਨਹੀਂ, ਇੱਥੇ ਲਾਉਣਾ ਮੈਂ ਕੋਈ ਜਨ ਹਾਰਸਿਓ ਦੇਵੇ, ਜੋਰ ਜੋੜਨ ਵਾਲੀ ਬਾਣੀ ਹੈ, ਜੋਰ ਵਾਲੀ ਨਹੀਂ। ਐਡੀ ਜੁੜਨ ਵਾਲੀ ਉਹ ਬਾਣੀ ਹੈ, ਜੂ ਹੋਰ ਨਾਮ ਜਪਦੇ ਹੋ, ਹੋਰ ਰੱਬ ਨਾਲ ਜੁੜੇ ਚਲੇ ਜਾਂਦੇ, ਹੋਰ ਸਵਾਦ ਆਉਂਦੇ ਉਹਨਾਂ ਨੂੰ। ਕਰਮ ਖੰਡ ਕੀ ਬਾਣੀ ਜੋ, ਕਰਮ ਖੰਡ ਕੀ ਬਾਣੀ ਜੋ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ, ਹੋਰ ਨਾ ਕੋਈ। ਆੜੇ ਥੱਲੇ ਦੇ ਖੰਡ ਵਾਲੇ ਹੈ, ਉੱਥੇ ਜਾ ਹੀ ਨਹੀਂ ਸਕਦੇ। ਗਿਆਨ ਖੰਡ 'ਚ ਹੀ ਬੈਠੇ ਆ, ਬੁੱਧ ਸਿੱਧ ਸਾਰੇ ਮਕਾਰ ਜਿੰਨੇ ਮੰਨਦੇ ਆ, ਸਾਰੇ ਗਿਆਨ ਖੰਡ 'ਚ। ਹਾਲੀ ਵਿਚਲਾ ਸਰਬ ਖੰਡ ਲੰਘਣਾ ਪੈਣਾ। ਇਸ ਕਰਕੇ ਉਹ ਥੱਲੇ ਵਾਲੇ ਉਸ ਖੰਡ ਤੱਕ ਨਹੀਂ ਪਹੁੰਚ ਸਕਦੇ, ਤਾਂ ਲਿਖਿਆ ਉੱਥੇ ਕੋਈ ਜਾ ਹੀ ਨਹੀਂ ਸਕਦਾ ਬਗੈਰ ਭਗਤਾਂ ਤੋਂ। ਕਰਮ ਖੰਡ ਕੀ ਬਾਣੀ ਜੋ, ਪਰਮ ਖੰਡ ਕੀ ਬਾਣੀ ਜੋ, ਤਿੱਥੈ ਹੋਰ ਨਾ ਕੋਈ ਹੋ। ਉੱਥੇ ਕੋਈ ਹੋਰ ਜਾ ਸਕਦਾ ਹੀ ਨਹੀਂ, ਉੱਥੇ ਮਾਇਆ ਨਹੀਂ ਜਾ ਸਕਦੀ, ਪੰਜ ਦੂਤ ਨਹੀਂ ਜਾ ਸਕਦੇ ਉੱਥੇ। ਕਰਮ ਖੰਡ ਕੀ ਬਾਣੀ ਜੋ, ਕਰਮ ਖੰਡ ਕੀ ਬਾਣੀ ਜੋ, ਜੋੜਨ ਵਾਲੀ। ਕਰਮ ਖੰਡ ਕੀ ਬਾਣੀ ਜੋ, ਤਿੱਥੇ ਹੋਰ ਨਾ ਕੋਈ ਹੋ, ਹੋਰ ਤਿੱਥੇ ਜੋਧ ਮਹਾਬਲ ਸੂ। ਬੜੇ ਬੜੇ ਭਗਤ ਕਮਾਈ ਵਾਲੇ ਬੈਠੇ ਆ, ਤਿੱਥੇ ਜੋਧ ਮਹਾਬਲ ਸੂ, ਤਿੱਥੇ ਭਗਤ ਵਸੈ ਤਿੱਥੇ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲਸੂਰ। ਤਿੰਨ ਮੈਂ ਰਾਮ ਰਿਆ ਭਰਪੂਰ, ਤਿੱਥੇ ਸੀਤੇ ਪਏ ਨੇ ਨਾਮ ਜਪ ਜਪ ਕੇ ਰੱਬ ਦੇ ਨਾਲ। ਜਦੋਂ ਕੱਪੜਾ ਸੂਈ ਸੀ ਰਹੀਦਾ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਨਾ ਮਰੇ ਨਾ ਠੱਗੇ ਜਾਂਦੇ, ਮਾਇਆ ਉੱਥੇ ਪਹੁੰਚ ਸਕਦੀ ਨਹੀਂ।
तिथे बाकी सब ठगे गए थले दे खंडां वाले। तिथे जोध महाबरसूर तिन में राम रहा भरपूर, तिथे सीतो सीता महिमा माए सीते पे ने, ताके रूप ना कथने जाए, नाम मरे न ठागे जाए, जिनके राम वसे मन माए, तिथे भगत वसे कै लोए नहीं है, एक पूरी नहीं है, के लोए लोआं पूरियां भरियां पईयां भगतां दियां। ध्यान ना एक एक सियारी एक एक लाम, ध्यान ना उन्हें याद करो। तिथे भगत वसें के लोए, तिथे भगत वसें के लोए करे आनंद सच्चा मने विच ही आनंद करदे, जींदे जी भी उत्थे पहुँचते है। करे आनंद सच्चा मन सोए, तिथे कर्मखंड की बाणी जोर, तिथे होर न कोई होर, तिथे जोध महाबरसूर तिन में राम रहा भरपूर, तिथे सीतो सीता महिमा माहे, ताके रूप न कथने जाए, ना हो मरे न ठागे जाए, जिनके राम वसे मन माए, तिथे भगत वसे के लोए, करे आनंद सच्चा मन सोए, तिथे खंड मंडल ब्राह्मण आंतरी उस खंड का जाके पढ़ो आप, और ओ है सुख महल जाके ऊंच दुआरे, ए सुख महल आ महलियां नूं जिथे बाणी आई है, ताके ऊंच दुआरे, इता मैं वासे भगत प्यारे, इन्हें भगत लिखिया, तेरे भगत प्यारे राम, तेरे भगत प्यारे राम। विचे गुरु भगत सारे उत्थे भगतां दा दर्जा सब तो उच्चे है इस बाणी दे हिसाब नाल। तेरे भगत प्यारे राम, तेरे भगत प्यारे राम, वारी तिल ना वारी जावा, भगत प्यार साध बलिहारे राम एक वारी नहीं, तेरे भगत प्यारे राम, तेरे भगत प्यारे राम, वारी तिन मारी जावा, ये साध बलिहारे राम किथे रहंदे ने? हार दरे हार दार सोहन ते हार दरे हार दार सो, तेरे भगत प्यारे राम, तेरे भगत प्यारे किथे रहंदे ने? सुख महल जाके ऊंच दुआरे, मरण तो बाद नहीं अभ्यासी जींदे जी पहुँच रहे हैं, तां जींदे जी पहुँच सकदा गुरसिख। सारे चढ़दा चढ़दा ऐसे पहुँच जाता, और फिर जदों मर्जी वापस आ जाता है। ऐसा ऐसा ही है टिकाणा भगतां दा। जदों दी सृष्टि बनी है, एक रब है, एक उहदे भगत है, एक सतगुरु है नाल जोड़न वाला। ये जिन्ने भगत है सब उत्थे ये सीधे जे हिसाब नाल ये रब दा वेयर हाउस है भगतां रखण वालिआं दा। जाके ऊंच दुआरे ताने वासे, और नहीं कोई भगत प्यारे सहज कथा। हुणे तुकां रहाओ दियां समाउण लगियां, हुण रहाओ च उतलियां टॉप दियां तुकां ऐला फिर पढ़ लिए। सुख मैन
जाके ऊंच दुआरे तामें वासे भगत प्यारे। ये सहज कथा प्रभु की आत्मी ਬਾਅਦ ਹੁਣ ਆਮ ਸਵਾਲ ਸਾਡੇ ਤੱਕ ਕਈ ਆ ਚੁੱਕੇ ਹੈ ਜੀ। ਭਗਤ ਐਡੀ ਦੇੜ ਦੇ ਜਾਉਂਦਾ ਰੱਬ ਹੈ, ਬੈਠੇ ਆ ਉੱਥੇ ਨਾਮ ਜਪ ਰਹੇ ਹੈ, ਉਹ ਬੋਰ ਨਹੀਂ ਹੋ ਜਾਂਦੇ? ਅੱਕ ਨਹੀਂ ਜਾਂਦੇ ਇੰਨੇ ਚੱਕਰ ਦੇ ਬੈਠੇ ਨਾਮ ਹੀ ਜਪਿਆ? ਨਹੀਂ ਭਾਈ, ਸਾਹਿਬ ਮੇਰਾ ਨਿਤ ਨਵਾਂ ਬਾਣੀ ਕਹਿ ਰਹੀ ਹੈ, ਗੁਰ ਕਿਰਪਾ ਤੇ ਨਿਤ ਚਵਾਂ, ਨਿਤ ਨਵੇਂ ਸਵਾਦ ਆਉਂਦੇ ਆ, ਜਿਉਂ ਜਿਉਂ ਹੋਰ ਚੜ੍ਹਦੇ ਜਿਉਂ ਜਿਉਂ। ਇਸ ਕਰਕੇ ਸਾਹਿਬ ਮੇਰਾ ਨਿਤ ਨਵਾਂ, ਗੁਰ ਕਿਰਪਾ ਤੇ ਨਿਤ ਚਵਾਂ। ਇਸ ਕਰਕੇ ਚਵਣਾ, ਚਵਨ ਮਿੱਠਾ, ਚਵਨ ਪਰਾਸ਼ ਤੋਂ ਬਣਿਆ ਹੈ ਚਵਣਾ, ਇੰਨਾ ਮੂੰਹ ਸਵਾਦ ਸਾਰਾ ਹੋ ਜਾਂਦਾ। ਤੋ ਸਾਹਿਬ ਮੇਰਾ ਨਿਤ ਨਵਾਂ, ਗੁਰ ਕਿਰਪਾ ਤੇ ਨਿਤ ਚਵਾਂ। ਉਹ ਹਾਲਤ ਹੈ ਜਿਹੜੇ ਭਗਤੀ ਕਰਦੇ ਹੈ ਗੁਰਸਿੱਖ। ਅੱਜ ਇਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਸਾਰਿਆਂ ਸਿੰਘਾਂ ਦੀਆਂ ਪਿਛਲੀਆਂ ਦੀਆਂ, ਇਸ ਅਵਸਥਾ ਦੇ ਮਾਲਕ ਸੀ, ਝੱਲਾਂ 'ਚ ਰਹਿਣ ਵਾਲੇ ਸਿੰਘ ਸਾਰੇ, ਤਾਂ ਇੰਨੀਆਂ ਸ਼ਹੀਦੀਆਂ ਪਾ ਗਏ ਔਰ ਕਿਸੇ ਨੇ ਧਰਮ ਨਹੀਂ ਛੱਡਿਆ ਆਪਣਾ। ਇਸ ਕਰਕੇ ਆਹ ਅਵਸਥਾ ਆਉਂਦੀ ਹੈ ਔਰ ਸਾਰੇ ਸਿੱਖਾਂ 'ਚ ਉਸ ਵੇਲੇ ਵਰਤਦੀ ਸੀ। ਆਹ ਸਾਧੀਆਂ ਭਰ ਰਹੇ ਨੇ ਵੀ ਉੱਥੇ ਕੀ ਹੋ ਰਿਹਾ, ਬੋਰ ਨਹੀਂ ਹੋ ਰਹੇ। ਆ ਦੇਖਿਓ ਕੀ ਹੋ ਰਿਹਾ ਉੱਥੇ, ਕਹਿ ਗੀਤ ਨਾਦ ਅਖਾਰੇ ਸੰਗਾ। ਆ ਤੁਸੀਂ ਤੇ ਇੱਕ ਬੈਂਡ ਦੇਖਦੇ ਹੋ ਨਾ ਟੀਵੀ ਤੇ ਮਾਰ ਡਿਸਕੋ ਤੇ ਨੱਚਣ ਕੁੱਦਣ ਮਾਰ ਕੋ ਕੰਜਰਖਾਨਾ ਦੇਖ ਰਹੇ ਹੋ। ਉੱਥੇ ਆ ਸੱਤ ਦੇ ਚੀਜ਼ ਦੇ ਰੰਗਾਂ 'ਚ ਆ ਸਾਰੀਆਂ ਚੀਜ਼ਾਂ, ਐਡੇ ਬੈਂਡ, ਐਡੇ ਨਾਦ, ਇਹਨਾਂ ਚੀਜ਼ਾਂ ਉੱਥੇ ਹੋ ਰਹੀਆਂ। ਉਹਦੇ 'ਚੋਂ ਮਹਿਬ ਹੁੰਦੇ ਹੈ। ਇਹ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਤੋ ਇਸ ਕਰਕੇ ਤਾਂ ਦੇਖਣਾ ਲਿਖਿਆ, ਵਿਰਲੇ ਕਾਂਗੋ ਨੇਤਰੋਂ ਨੀਠੇ ਕੀ ਸਹਿਜ ਕਥਾ ਪ੍ਰਭ ਕੀ ਆਤਮੀ। ਸਾਡਾ ਨੌਵਾਂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਉਕਾਲੇ, ਉੱਥੇ ਉਸ ਪਿੰਡ ਦੇ ਵਿੱਚ 26 ਸਾਲ ਉੱਥੇ ਬੈਠਾ, ਕਿਸੇ ਨੂੰ ਪਤਾ ਵੀ ਨਹੀਂ ਹੈ। ਪਰ ਉਹ ਕਾਹਦੇ 'ਚ ਬੈਠਾ ਸੀ? ਐਸ ਸਵਾਦ 'ਚ ਬੈਠਾ ਸੀ। ਕਹਿ ਗੀਤ ਨਾਦ ਆਖਾਰੇ ਸੰਗ, ਰੱਬ ਦੀਆਂ ਮਹਿਮਾਂ ਦੇ ਗੀਤਾਂ ਦੇ ਅਖਾੜੇ ਲੱਗੇ ਪਏ ਐ। ਤੈਂ ਗੀਤ ਨਾਦ ਅਖਾਰੇ ਸੰਗ, ਐਸ ਰੰਗ 'ਚ ਰਹਿੰਦੇ ਨੇ ਸੰਤ ਕਰੇ ਹਰ ਰੰਗ, ਰੱਬ ਦੇ ਰੰਗ ਸੰਤ ਕਰੇ ਹਰ ਰੰਗ। ਅੱਲਾ ਸੰਤ ਨਹੀਂ ਹੈ, ਸਤਿਗੁਰੂ ਹੋਏਗਾ। ਇੱਥੇ ਬਹੁਤ ਸਾਰੇ ਸੰਤ ਆ, ਭਗਤ ਜਨ। ਸੰਤ ਕਰਹਿ ਹਰ ਰੰਗ, ਕਰਹਿ ਤੈ ਮਰਨ ਨ ਜੀਵਨ। ਉਹ ਦੇਖੋ ਕੈਸੀਆਂ ਚੀਜ਼ਾਂ ਆ ਰਹੀਆਂ ਉੱਥੇ ਤੇਰੇ ਨਾਲ, ਨਾ ਕੋਈ ਮਰਦਾ, ਨਾ ਕੋਈ ਜੰਮਦਾ, ਨਾ ਉੱਥੇ ਕੋਈ ਸੋਗ ਹੈ, ਨਾ ਕਦੀ ਉਹਦਾ ਬਲੱਡ ਪ੍ਰੈਸ਼ਰ ਹੀ ਤਾਂ ਜਾਂਦਾ ਜਾਂ ਠਾਂ ਜਾਂਦਾ, ਨਾ ਰੋਗ ਨਾ ਸੋਗ ਨਾ ਹਰਖਾ। ਉੱਥੇ ਕੀ ਹੈ? ਸੱਚ ਨਾਮ ਕੀ ਅੰਮ੍ਰਿਤ ਵਰ ਰਿਹਾ, ਅੰਮ੍ਰਿਤ ਵਰਖਾ। ਆ ਦੇਖੋ ਉਹ ਜੀਂਦੇ ਜੀ ਅਸੀਂ ਮਾਣਨਾ ਹੈ, ਜੀਵਨ ਮੁਕਤ ਹੋਣਾ ਹੈ।
ਇਸ ਕਰਕੇ ਅਭਿਆਸ ਕਰਕੇ ਸਾਰੀਆਂ ਚੀਜ਼ਾਂ ਸਾਡੇ ਅੰਦਰਲੀ ਚੜਾਈ ਹੈ। ਆਓ ਫੇਰ ਲਈਏ ਤੈਂ ਗੀਤ ਨਾਦ ਅਖਾਈ ਸੰਗਾ ਊਹਾ ਸੰਤ ਕਰੇ ਹਰ ਰੰਗਾ ਤੈ ਮਰਨ ਨ ਜੀਵਨ। ਇਸੇ ਕਰਕੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਆਉਂਦੀ ਮੌਤ 'ਚ ਆਉਣਗੇ ਮਾਂ ਦੇ ਗਰਭ ਦੇ ਪੇਟ 'ਚ ਹੀ ਜਨ ਪਰ ਪੁਕਾਰੀ ਆਏ ਤੇਰੇ ਜਨਮ ਮਰਨ ਦੋਹੂ ਮੇ ਨਾਹੀ। ਉਹ ਕਿਸ ਤਰ੍ਹਾਂ ਵੀ ਉਹ ਮੁਕਤ ਰੂਹਾਂ ਹੁੰਦੀਆਂ, ਉਹਨਾਂ ਦੇ ਅੰਦਰਲੀ ਸੂਖਸ਼ਮ ਕਾਇਆ ਅਮਰ ਹੋ ਗਈ ਹੁੰਦੀ। ਅਮਰ ਪਿੰਡ ਭੈ ਸਾਧੂ ਸੰਗੇ ਜਨਮ ਮਰਨ ਦੋਹੂ ਮਿਟ ਗਈਆ। ਉਹਨਾਂ ਨੇ ਜੀਂਦੇ ਜੀ ਅਵਸਥਾ ਪ੍ਰਾਪਤ ਕੀਤੀਆਂ ਹੁੰਦੀਆਂ ਔਰ ਫਿਰ ਉਹ ਘੱਲੇ ਆਏ ਨਾਨਕਾ ਸੱਦੇ ਉੱਠ ਜਾਣ। ਉਹਦੇ ਹੁਕਮ 'ਚ ਹੀ ਆਉਂਦੇ ਜਾਂਦੇ, ਪਰ ਉਹਨਾਂ ਦਾ ਲੇਖਾ ਧਰਮਰਾਜ ਨਹੀਂ ਕਰ ਸਕਦਾ, ਉੱਧਰ ਜਾਂਦੇ ਨਹੀਂ ਹੈ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਸਿੱਧੇ ਉਹਨਾਂ ਦਾ ਫਰੀਵੇ ਹੋਰ ਹੈ ਜਾਣ ਦਾ। ਉਹ ਜਮਾਂ ਨਾਲ ਨਹੀਂ ਜਾਂਦੇ, ਉਹਨਾਂ ਨੂੰ ਹਰਜਨ ਲੈਣ ਆਉਂਦੇ। ਉਹਨਾਂ ਦਾ ਮਰਨਾ ਹੋਰ ਤਰ੍ਹਾਂ ਦਾ। ਜੰਮਾ ਉੱਡਣਗੇ ਮਾਂ ਦੇ ਪੇਟ 'ਚੋਂ ਆਉਣਗੇ ਸਭ ਕੁਛ, ਲੇਕਿਨ ਉਹ ਜੀਵਨ ਮੁਕਤ ਹੁੰਦੇ। ਜਿੱਦਾਂ ਕੋ ਅੱਜ ਅਭਿਆਸੀ ਕਮਾਈ ਕਰ ਲੈ ਪੁਰਾਤਨ ਸਿੰਘਾਂ ਵਾਂਗੂ, ਉਹ ਵੀ ਜਨਮ ਮੁਕਤ, ਉਹ ਜੀਵਨ ਮੁਕਤ ਹੁੰਦੇ। ਤਹਿਨ ਉੱਥੇ ਤੇ ਜਨਮ ਮਰਨ ਹੈ ਹੀ ਨਹੀਂ ਜਿੱਥੇ ਉਹ ਜਾਂਦੇ। ਤਹਿ ਮਰਨ ਨ ਜੀਵਨ ਇਹ ਸੋਗ ਨ ਹਰਖਾ। ਸੋਗ ਕਹਿੰਦੇ ਹੈ, ਬਹੁਤ ਵਾਰੀ ਲਫ਼ਜ਼ ਹੈ ਸੋਗ, ਕਹਿੰਦੇ ਅਫਸੋਸ, ਡਾਊਨ ਹੋ ਜਾਣਾ, ਹਰ ਵੇਲੇ ਡਾਊਨ ਹੋ ਜਾਣਾ। ਔਰ ਹਰਖ ਕਹਿੰਦੇ ਅਪ ਹੋ ਜਾਣਾ। ਕਦੀ ਬਲੱਡ ਪ੍ਰੈਸ਼ਰ ਦਾ ਹੀ ਹਿਸਾਬ ਹੈ ਸਾਰਾ। ਕਿਤੇ ਸੋਗ ਆ, ਕਦੀ ਬੰਦਾ ਹਰਖ 'ਚ ਆ ਜਾਂਦਾ, ਲਾਟਰੀ ਨਿਕਲਿਆ ਜਾਂ ਉਹਦੇ ਸ਼ੇਅਰ ਵੱਧ ਜਾਣ, ਉਹ ਮਾਂ ਜੋ ਹਰਕਾਂ 'ਚ ਫਿਰਦਾ ਹੋਵੇ। ਅਤੇ ਜੇ ਕਦੀ ਸ਼ੇਅਰ ਡਾਊਨ ਹੋ ਜਾਣ ਫਿਰ ਪਿੱਟ ਦੇ ਘਰ ਨੂੰ ਆ ਜਾਂਦੇ, ਸੋਗ ਹੋ ਜਾਂਦਾ। ਉਹ ਇਹ ਡਾਊਨ ਸਾਊਨ ਉੱਥੇ ਕੁਛ ਨਹੀਂ, ਉੱਥੇ ਤਾਂ ਨਾ ਮੌਤ ਹੈ ਨਾ ਜੀਵਨ ਹੈ। ਤੈ ਮਰਨ ਨ ਜੀਵਨ ਇਹ ਸੋਗ ਨ ਹਰਖਾ। ਸਾਚੇ ਨਾਮ ਕੀ ਅੰਮ੍ਰਿਤ ਬਰਖਾ। ਜਿਮ ਜਿਮੇ ਜਿਮ ਜਿਮ ਵਰਸੈ, ਜਿਮ ਜਿਮੇ ਜਿਮ ਜਿਮ ਵਰਸੈ ਅੰਮ੍ਰਿਤ ਤਾਰਾ ਰਾਮ, ਅੰਮ੍ਰਿਤ ਤਾਰਾ ਰਾਮ। ਜਿਮ ਜਿਮੇ ਜਿਮ ਜਿਮ ਵਰਸੈ ਤਹਿ ਮਰਨ ਨ ਜੀਵਨ ਇਹ ਸੋਗ ਨ ਹਰਖਾ। ਇਹ ਸਾਚ ਨਾਮ ਕੀ ਅੰਮ੍ਰਿਤ ਬਰਖਾ। और होगा ये सहज कथा प्रभु की आत्मी सहज कथा प्रभु की आत्मी ये विरले काहू नेत्रोंडी ਤੋੜੇ ਦੀਆਂ ਤੁਕਾਈਆਂ ਗੋਹਜ ਪਾਰੇ ਬੜੇ ਭੇਦੇ ਦੇ। ਜਿਹੜਾ ਕੋਈ ਭੇਦੇ ਦਾ ਦੱਸ ਦੇਗਾ ਉਹਦੀਆਂ ਸਾਰੀਆਂ ਕਲਾਂ ਡਿੱਗ ਜਾਂਦੀਆਂ, ਕਿਉਂਕਿ ਉਹਨਾਂ ਨੂੰ ਪਹਿਲਾਂ ਛੋਟਾ ਜਿਹਾ ਖੰਡ ਲੰਘਣਾ ਪੈਂਦਾ ਤਾਂ ਕਰਮ ਖੰਡ 'ਚ ਵੜ ਸਕਦਾ ਕੋਈ। ਉਹ ਹੈ ਸਰਮ ਖੰਡ। ਸਰਮ ਮੈਨੇ ਮਿਹਨਤ, ਲੇਬਰ ਦਾ ਖੰਡ ਹੈ। ਹਿੰਦੀ ਦਾ ਲਫ਼ਜ਼ ਹੈ, ਜਿੱਦਾਂ ਸਾਡੇ ਲੇਬਰ ਮਿਨਿਸਟਰ ਨੂੰ ਸਰਮ ਮੰਤਰੀ ਕਹਿੰਦੇ ਹੈ। ਇੰਨੀ ਨਾਮ ਦੀ ਕਮਾਈ ਹੋਏ ਮਿਹਨਤ ਕਰੇ ਤਾਂ ਛੋਟਾ ਜਿਹਾ ਖੰਡ ਹੈ, ਪਰ ਜਿਹੜਾ ਉਹ ਨੰਗ ਹੈ ਫਿਰ ਉਹ ਬਖਸ਼ਿਸ਼ ਦੇ ਖੰਡ 'ਚ ਜਾਂਦਾ ਹੈ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਰਤ ਘੜੀਏ ਬਹੁਤ ਅਨੂਪ। ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਜੇ ਕੋ ਕਹੇ ਜਿਹੜਾ ਕਿਸੇ ਨਾਲ ਭੇਜ ਦੱਸਦਾ ਉਹ ਠਾਂ ਪਹਿਲੇ ਖੰਡ ਨਾਲ ਵੀ ਠਾਂ ਡਿੱਗ ਪੈਂਦਾ ਹੈ। ਐਡਾ ਡਿਸਿਪਲਿਨ ਹੈ ਉੱਥੇ।
ਸਰਮਖੰਡ ਕੀ ਬਾਣੀ ਰੂਪ ਤਿੱਥੇ ਕਾਰਤ ਕਰੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸਰੋਂ ਸਿੱਧਾਂ ਕੀ ਸੁੱਧ। ਇੰਨੀਆਂ ਬਰੀਕ ਚੀਜ਼ਾਂ ਉੱਥੇ ਘੜਨੀਆਂ ਪੈਂਦੀਆਂ ਹੈ ਸ਼ਬਦ ਦੀ ਕਮਾਈ ਨਾਲ, ਤੇ ਉਹ ਗੋਝ ਨਹੀਂ ਹੈ। ਇਸੇ ਕਰਕੇ ਆਗੇ ਆ ਗਿਆ ਗੋਝ ਕਥਾ। ਮੈਨੂੰ ਨਹੀਂ ਸੀ ਪਤਾ ਇਹ ਗੁਰ ਤੇ ਜਾਣੀ, ਇਹ ਗੋਝ ਕਥਾ ਇਹ ਗੁਰ ਤੇ ਜਾਣੀ, ਇਹ ਗੋਝ ਕਥਾ ਇਹ ਗੁਰ ਤੇ ਜਾਣੀ। ਗੁਰ ਸਾਡਾ ਸਤਿਗੁਰ ਹੈ। ਜਦੋਂ ਅੰਦਰ ਆਇਆ ਤਾਂ ਬਈ ਨਾਨਕ ਬੋਲੇ ਹਰ ਹਰ ਬਾਣੀ। ਦੇਖ ਦਰਸ਼ਨ ਕਰ ਤੁਹਾਡੇ ਹੱਥਾਂ 'ਚ ਸ਼ਬਦ ਹੈ ਨਾਨਕ ਦੇ। ਕੱਕੇ ਨੂੰ ਔਂਕੜ ਹੈ। ਮਹੱਲਾ ਪੰਜਵਾਂ ਜੋਤ ਨਹੀਂ ਰਹੀ ਨਾਨਕ ਜੋਤ। ਕਹਿੰਦਾ ਮੈਂ ਤੇ ਹਲੀ ਹਰ ਹਰ ਨਾਮ ਜਪ ਬੋਲ ਬੋਲ ਕੇ ਭਗਤੀ ਕਰ ਰਿਹਾ। ਮੈਂ ਉਹ ਚੀਜ਼ ਹੈ। ਪਰ ਨਾਨਕ ਬੋਲਾ ਹਰ ਹਰ ਰਿਪੀਟ ਕਰ ਕਰਕੇ ਨਾਮ ਜਪ ਰਿਹਾ, ਤਾਂ ਮੈਨੂੰ ਇਹ ਸ਼ਬਦ ਆਇਆ। ਤੋਂ ਅਕਾਲ ਪੁਰਖ ਸ਼ਬਦ ਨਹੀਂ ਕਿਸੇ ਨੂੰ ਭੇਜਦਾ ਸੀ ਜਿਨ 'ਚ ਕਰਕੇ ਉਹਦੇ ਅੰਦਰ ਗਰੀਬੀ ਨਾ ਹੋਵੇ। ਹੋਰ ਕਿਸੇ ਹੈਂਕੜਬਾਜ਼ ਦੇ ਅੰਦਰ ਜਾਂ ਮਾਰ ਜੋ ਲੱਭ ਰਿਹਾ, ਕਿਸੇ ਨੂੰ ਸ਼ਬਦ ਨਹੀਂ ਭੇਜਿਆ। ਆ ਗੁਰੂਆਂ 'ਚ ਗਰੀਬੀ ਆਈ ਤਾਂ ਇਹਨਾਂ ਨੂੰ ਉੱਤੋਂ ਸ਼ਬਦ ਹੈ ਨਾਨਕ ਬੋਲੇ। ਆ ਵੈ ਇੱਕ ਅੱਖਰ ਦੇ ਜਪਣ ਦਾ ਕਲਾ ਵੀ ਜਦੋਂ ਮੈਂ ਬੋਲ ਬੋਲ ਕੇ ਨਾਮ ਜਪਿਆ ਨਾਨਕ ਬੋਲੇ। ਇੱਥੇ ਨਹੀਂ ਕਹਿੰਦੇ ਵੀ ਮੈਂ ਸਹਿਜ 'ਚ ਪਹੁੰਚ ਗਿਆ, ਮੈਂ ਫਲਾਂ ਜੀ ਸਭ ਕੁਛ ਨਹੀਂ। ਕੱਕੇ ਕਹਿੰਦਾ ਮੈਂ ਤੇ ਹਰ ਹਰ ਹਲੀ ਬੋਲ ਹੀ ਰਿਹਾ ਨਾਨਕ ਬੋਲੇ ਹਰ ਹਰ ਬਾਣੀ। ਆ ਦੇਖੋ ਦੋ ਡੰਡੀਆਂ ਪਿਛਲਾ, ਦੋ ਡੰਡੀਆਂ ਚੌਕਾ, ਦੋ ਡੰਡੀਆਂ ਛੀਕਾ, ਦੋ ਡੰਡੀਆਂ 92ਵਾਂ 92 12ਵਾਂ ਸ਼ਬਦ। ਪਹਿਲੇ 4 ਸਟੈਂਜ਼ਿਆਂ ਦੀ ਇਹ ਪੋਇਮ ਹੈ, 4 ਬੰਦਾਂ ਦਾ ਸ਼ਬਦ ਹੈ। 6ਵਾਂ ਇਸੇ ਸਟਾਈਲ ਦਾ, 12ਵਾਂ ਜਿੱਥੋਂ ਦਾ ਪ੍ਰਕਰਨ ਤੁਰਿਆ। ਇਸ ਕਰਕੇ ਇੰਨੇ ਮਜਾਲ ਹੈ। ਕੋਈ ਇੱਕ ਲਾਈਨ ਵੀ, ਇੱਕ ਲਾਈਨ ਕੀ ਉਹਨੂੰ ਸਮਝ ਨਹੀਂ, ਸ਼ਬਦ ਨੂੰ ਸਮਝ ਹੀ ਨਹੀਂ ਸਕਦਾ। ਲਾਈਨ ਕੀ ਕਿਸੇ ਨੂੰ। ਇਸੇ ਕਰਕੇ ਗਿਆਨ ਬਚਿਆ ਰਿਹਾ। ਜੋ ਗੁਰੂ ਕਰਦੇ ਉਦਾਸੀ ਜਾਂ ਹੋਰ ਵੈਰੀ ਸੀ, ਇੱਕ ਲਾਈਨ ਨਹੀਂ ਪਾ ਸਕਦੇ ਸੀ। ਗੁਰੂ ਅਰਜਨ ਪਾਤਸ਼ਾਹ ਐਡੇ ਵੱਡੇ ਮਹਾਨ ਜਿਨ੍ਹਾਂ ਨੇ ਸਾਰੀ ਐਡੀਟਿੰਗ ਕੀਤੀ, ਔਰ ਉੱਦਾਂ ਦੇ ਦੁਨੀਆ ਭਰ ਦੀਆਂ ਰਿਲੀਜੀਅਸ ਬੁੱਕਾਂ ਬਾਅਦ 'ਚ ਬਣੀਆਂ। ਮੁਬਾਰਕ ਹੈ ਵੀ ਅਸੀਂ ਮਤਲਬ ਕਮਾਲ ਦੀਆਂ ਚੀਜ਼ਾਂ ਨੂੰ 'ਚ ਮਿਲਦੀਆਂ, ਪਰ ਬਾਅਦ 'ਚ ਬਣੀਆਂ ਹੈ। ਸਾਡੇ ਪ੍ਰੋਫਟਾਂ ਨਾ ਆਪਣੇ ਸਾਹਮਣੇ ਸਾਰੀਆਂ ਚੀਜ਼ਾਂ, ਔਰ ਤੇ ਫਿਰ ਸਿੱਕਾ ਬੰਦ ਕਰ ਦਿੱਤਾ ਵੀ ਚੌਥਾ 4 ਬੰਦਾਂ ਦਾ ਸ਼ਬਦ ਹੈ, 6ਵਾਂ ਇਸੇ ਸਟਾਈਲ ਦਾ ਹੈ, ਔਰ 12ਵਾਂ ਜਿੱਥੋਂ ਦੀ ਇਹ ਪ੍ਰਕਰਨ ਤੁਰਿਆ ਹੈ। ਆਓ ਅਗਲਾ ਸ਼ਬਦ ਲਈਏ ਅਸੀਂ। ਪੇਜ ਹੈ 34 ਨੰਬਰ। ਆਓ ਕਬੀਰ ਸਾਹਿਬ ਦੇ ਦਰਸ਼ਨ ਕਰੀਏ। 34 ਬੁੱਕਲੈਟ ਦਾ ਪੰਨਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 333, ਪੇਜ 333। ਰਾਗ ਗੌੜੀ ਬਰਾਗਣੇ ਕਬੀਰ ਜੀ। ਔਰ ਕਦੀ ਭਗਤ ਨੂੰ ਬਗੈਰ ਜੀ ਤੋਂ ਨਹੀਂ ਬੁਲਾਉਣਾ। ਜਿੱਦਾਂ ਗੁਰੂ ਅਰਜਨ ਪਾਤਸ਼ਾਹ, ਜਿੱਦਾਂ ਸਾਡੇ ਗ੍ਰੰਥ ਸਾਹਿਬ ਦੇ ਵਿੱਚ ਚੀਜ਼ ਹੈ, ਹਰ ਭਗਤ ਨੂੰ ਜੀ ਕਰਕੇ ਬੁਲਾਉਣਾ ਹੈ। ਆਓ ਆ ਪੜ੍ਹੀਏ। ਹਾਈਲਾਈਟ ਲਾਈਨ ਜਿਹੜੀ ਕੀਤੀ ਰਾਹੋ ਦੀ ਉਹ ਪੜ੍ਹਨ ਲੱਗੇ ਆ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਨਿਰਾਲੀ ਕਥਾ ਹੈ, ਔਰ ਮੈਂ ਕਥ ਨਹੀਂ ਸਕਦਾ। ਕਥ ਹੈ ਸਹਿਜ ਕੀ ਅਕਥ ਕਥਾ ਹੈ ਨਿਰਾਲੀ। ਤੁਲੇ ਨਹੀਂ ਚੱਕ ਜਾਏ
ਨਾ ਮੁਕਾਤੀ। ਇਹਨੂੰ ਤਕੜੀ ਤੇ ਤੋਲ ਨਹੀਂ ਸਕਦੇ। ਕੋਈ ਚੀਜ਼ ਤਕੜੀ 'ਚ ਪਾ ਕੇ ਤੋਲੀ ਜਾ ਸਕਦੀ ਹੈ, ਤੋਲਣੀ ਨਹੀਂ ਹੈ ਵੀ ਕਿੱਡੀ ਕੁ ਭਾਰੀ ਹੈ ਜਾਂ ਹਲਕੀ ਹੈ। ਦੇਖੋ ਕੈਸਾ ਸਪਿਰਿਚੁਅਲ ਚੀਜ਼ਾਂ ਦੱਸਦੇ ਨੇ, ਤੋਲੇ ਨਹੀਂ ਚੜਾ। ਇਹਨੂੰ ਤਕੜੀ 'ਚ ਪਾ ਕੇ ਤੋਲ ਨਹੀਂ ਸਕਦੇ। ਜਾਏ ਨਾ ਮੁਕਾਤੀ, ਇਹ ਸਾਰੀਆਂ ਕਥਾ ਮੁੱਕ ਜਾਂਦੀਆਂ ਜਿੰਨੀਆਂ ਰਮਾਇਣ ਮਹਾਂਭਾਰਤ ਦੀਆਂ ਸਾਰੀਆਂ, ਕਹਿੰਦੇ ਮੁੱਕਣੀ ਨਹੀਂ ਹੈ। ਜਾਏ ਨਾ ਮੁਕਾਤੀ ਔਰ ਹਲਕੀ ਲੱਗੇ ਨਾ ਭਾਰੀ। ਆਹ ਚੀਜ਼ ਹੈ ਸਪਿਰਿਚੁਅਲਿਜ਼ਮ। ਮੈਟਰ ਕੀ ਚੀਜ਼ ਹੈ? ਮੈਟਰ ਵਿੱਚ ਆਕੂਪਾਈ ਸਪੇਸ ਐਂਡ ਹੈਜ਼ ਗੋਟ ਅ ਵੇਟ। ਮੈਟਰ ਉਹਨੂੰ ਕਹਿੰਦੇ ਹੈ ਜਿਹਦਾ ਵਜ਼ਨ ਹੋਵੇ ਅਤੇ ਉਹ ਜਗ੍ਹਾ ਘੇਰਦਾ ਹੋਵੇ। ਕਹਿੰਦਾ ਇਹ ਜਿਹੜੀ ਚੀਜ਼ ਹੈ ਮੈਟਰ ਨਹੀਂ ਹੈ, ਸਪਿਰਿਚੁਅਲ ਚੀਜ਼ ਹੈ। ਇਹ ਨਾ ਹਲਕੀ ਹੈ ਨਾ ਭਾਰੀ ਹੈ ਔਰ ਨਾ ਹੀ ਮੁੱਕਦੀ ਹੈ। ਦੇਖੋ ਕੈਸਾ ਅਲੰਕਾਰ ਬਣ ਰਹੇ ਨੇ ਸਪਿਰਿਚੁਅਲਿਜ਼ਮ ਦਾ। ਉਹ ਕਹਿੰਦੇ ਸਹਿਜ ਕਥਾ ਸਹਿਜ ਕੀ ਆਕਥ ਕਥਾ ਹੈ ਨਿਰਾਲੀ। ਇਹ ਨਿਰਾਲੀ ਹੈ ਸਹਿਜ ਕੀ। ਆ ਦੇਖੋ ਜਲਾਹਾ ਔਰ ਐਡੇ ਭਗਤ, ਕੋਈ ਹੱਡਾਂ ਰੋੜੀਆਂ 'ਚ ਕਰੰਗ ਸੁੱਟਣ ਵਾਲਾ ਔਰ ਸਾਰੇ ਆਪਣੀ ਆਪਣੀਆਂ ਜੌਬਾਂ ਕਰ ਰਹੇ ਔਰ ਰੱਬ ਨੇ ਤੇ ਮਿਹਰਬਾਨ ਹੋ ਕੇ ਕਿੱਡਾ ਵੱਡਾ ਗਿਆਨ। ਇਸ ਗਿਆਨ ਨੂੰ ਸਾਰੀ ਬਾਣੀ ਨਾਲ ਅਨੁਭਵੀ ਗਿਆਨ ਮੰਨਿਆ, ਉੱਤੋਂ ਆਉਂਦਾ ਸੀ ਉਹਨਾਂ ਨੂੰ। ਸਹਿਜ ਕੀ ਆਕਥ ਕਥਾ ਹੈ ਨਿਰਾਲੀ। ਸਹਿਜ ਕੀ ਆਕਥ ਕਥਾ ਹੈ ਨਿਰਾਲੀ। ਤੋਲੇ ਨਹੀਂ ਚੜ੍ਹੇ, ਤੋਲੀ ਨਹੀਂ ਜਾ ਸਕਦੀ, ਤਕੜੀ ਤੇ ਨਹੀਂ ਚੜਾ ਸਕਦੇ ਇਹਨੂੰ। ਤੋਲੇ ਨਹੀਂ ਚੜ੍ਹੇ ਜਾਏ ਨਾ ਮੁਕਾਤੀ। ਮੁਕਣੀ ਨਹੀਂ ਹੈ ਕਦੀ ਵੀ। ਜਿੰਨਾ ਰੱਬ ਵੱਡਾ ਉਹਦੇ ਤੱਕ ਪਹੁੰਚੋਗੇ, ਬਾਣੀ 'ਚ ਲਿਖਿਆ ਜਿੰਨਾ ਤੂੰ ਪਹੁੰਚਣਿਆ ਉਹਦੇ ਕੋਲੋਂ ਹੋਰ ਵੱਡਾ ਹੋ ਜਾਣਾ। ਹੋਰ ਜਾਂ ਤੂੰ ਉਹਦੇ ਜਿੰਨਾ ਆਉਂਦਾ ਉਹਨੂੰ ਤੂੰ ਮਿਕ ਨਹੀਂ ਸਕਦਾ। ਐਸੀ ਕਲਾ ਤੂੰ ਉੱਥੇ ਪਹੁੰਚ। ਉਹ ਜਿੰਨਾ ਤੂੰ ਕਹਿਣਾ ਵੀ ਬਸ ਮੈਂ ਸਿਰਾ ਪਾ ਲਿਆ, ਨਹੀਂ, ਉਹਨੇ ਹੋਰ ਵੱਡਾ ਹੋ ਜਾਣਾ। ਸਹਿਜ ਕੀ ਆਕਥ ਕਥਾ ਹੈ ਨਿਰਾਲੀ। ਕਿਸੇ ਨੇ ਸੁਣੇ ਵੀ ਨਹੀਂ ਹੋਣੇ ਸ਼ਬਦ, ਤਾਂ ਅਸੀਂ ਕਹਿੰਦੇ ਖੰਡ ਪਾਠ ਬੰਦ ਕਰੋ ਔਰ ਬਾਣੀ ਨੂੰ ਰਾਮ ਨਾਲ ਦੀ ਕੀਮਤ ਪਾਓ ਬੋਲਾਂ ਦੀ। ਸਹਿਜ ਕੀ ਆਕਥ ਕਥਾ ਹੈ ਨਿਰਾਲੀ। ਤੁਲੇ ਨਹੀਂ ਚੜ੍ਹੇ ਜਾਏ ਨਾ ਮੁਕਾਤੀ। ਹਲਕੀ ਲੱਗੇ ਨਾ ਭਾਰੀ। ਰਹਾਓ ਹਲਕੀ ਲੱਗੇ ਨਾ ਭਾਰੀ। ਕਬੀਰ ਸਾਹਿਬ ਦੇਖੋ ਉਹਨਾਂ ਦੀ ਚੜਾਈ। ਆਹ ਹੁਣ ਕਰਮਖੰਡ ਦਾ ਨਕਸ਼ਾ ਕਿਆ ਬਣ ਰਿਹਾ ਵੀ ਉੱਥੇ ਕੀ ਹੈ। ਅਸੀਂ ਪਹਿਲਾਂ ਪੜ੍ਹ ਲਈਏ। ਤੈਂ ਪਾਵਸ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤੇ ਪਰਲੋ ਨਾਹੀ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਦੇ ਦੋ ਤੈ ਨਹੀਂ। ਕੈਸੇ ਚੜ੍ਹ ਗਏ ਤਾਂ ਦੀ ਤਾਂ। ਕਹਿੰਦੇ ਉੱਥੇ ਸਮੁੰਦਰ ਨਹੀਂ ਹੈ। ਸਿੰਧ ਕਹਿੰਦੇ ਸਮੁੰਦਰ ਨੂੰ, ਕਿਉਂਕਿ ਸਿੰਧ ਦਰਿਆ ਐਡਾ ਵੱਡਾ ਦਰਿਆ ਹੈ ਜਿਹਦੇ 'ਚ ਸਾਰੇ ਪੰਜੇ ਦਰਿਆ ਸਾਡੇ ਪੰਜਾਬ ਦੇ ਪੈਂਦੇ ਹੈ। ਉਹ ਸਿੰਧ ਉਸ ਵੇਲੇ ਸਿੰਧ ਉਹ ਕਹਿੰਦੇ ਤੇ ਸਮੁੰਦਰ ਹੀ ਹੈ। तो इस करके सिंध उस दरिया तो बनिया, लेकिन इत्थे सिंध का मतलब है कि वो अथाह है, सौंदर्य है। उत्थे सौंदर नहीं है, पानी नहीं है, कुछ नहीं है। तैं पावस सिंध धूप, उत्थे धुप नहीं चढ़ती, उत्थे छां नहीं हुंदी। देखो तैं पावस सिंध धूप नहीं छैया, और उत्थे उत्पते परलो नहीं है। उत्पते परलो सब क्यामत फना फिला जड़ा आउंदा, दुनिया गर्क हो जाती, फिर वो बना दिंदा, फिर गर्क, फिर कहते उत्थे चीज़ नहीं हुंदी।
ਤੈਂ ਉਤਪਤੇ ਪਰਲੋ ਨਾਹੀ। ਉੱਥੇ ਨਾ ਕੋਈ ਜੀਉਂਦਾ ਹੈ ਨਾ ਕੋਈ ਮਰਦਾ, ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ। ਉੱਥੇ ਸੁੰਨ ਸਮਾਜ 'ਚ ਜਿਹੜੇ ਚਲੇ ਜਾਂਦੇ ਆ, ਕਹਿੰਦੇ ਉੱਥੇ ਇਹ ਵੀ ਹੈ ਨਹੀਂ। ਖਰੇ ਕੀ ਹੈ ਤਾਂ ਕਿਹਾ ਸਹਿਜ ਕੀ ਆਕਤ ਕਥਾ ਹੈ ਨਿਰਾਰੀ। ਇਹ ਤੁਲੇ ਨਹੀਂ ਚੜ੍ਹੇ ਇਹ ਜਾਏ ਨਾ ਮੁਕਾਤੀ। ਹਲਕੀ ਲਗੇ ਨਾ ਭਾਰੀ। ਰਹੋ ਤਹਿ ਪਾਵਸ ਸਿੰਧ ਧੂਪ ਨਹੀਂ ਛਈਆ। ਤਹਿ ਪਾਵਸ ਸਿੰਧ ਧੂਪ ਨਹੀਂ ਛਈਆ। ਤੈਂ ਉਤਪਤੇ ਪਰਲੋ ਨਾਹੀ। ਤੈਂ ਉਤਪਤੇ ਪਰਲੋ ਨਾਹੀ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ। ਸੁਨ ਸਮਾਧਿ ਦੋ ਤੈਨਾ। ਸੁਨ ਸਮਾਧਿ ਦੋ ਤੈਨਾ। ਇੱਕ ਸਮਾਧ ਦੀ ਅਵਸਥਾ, ਇੱਕ ਸੁਨ ਦੀ ਅਵਸਥਾ ਹੈ। ਸੁਣ ਦੀ ਐਸੀ ਅਵਸਥਾ ਹੈ। ਬਾਣੀ 'ਚ ਲਿਖਿਆ, ਬਾਬੇ ਨਾਨਕ ਨੂੰ ਪੁੱਛਦੇ ਆ ਸਿੱਧ, ਆਹ ਕਿਆ ਜਵਾਬ ਹੈ ਬਾਬੇ ਦਾ। ਉਹ ਕਹਿੰਦੇ ਤੇ ਸ਼ਬਦ ਬਾਬਾ ਬਹੁਤ ਕਰਦਾ, ਕੀਮਤੀ ਚੀਜ਼ਾਂ। ਕਿੱਡੇ ਵੱਡਾ ਸਾਡਾ ਪਹਿਲਾ ਪੈਗੰਬਰ ਸੀ, ਔਰ ਜੋਗੀਆਂ ਨੂੰ ਭੰਨ ਸੁੱਟ ਰਿਹਾ ਸਿੱਧ ਗੋਸ਼। ਔਰ ਐਡੀ ਵਡਿਆਈ ਉਹਦੀ, ਸਿੱਖ ਪੁੱਤਾਂ ਨੂੰ ਜੋ ਗੱਲਬਾਤ ਹੋਈ ਉਹ ਦੱਸ ਰਿਹਾ ਕਵਿਤਾ ਬਣਾ ਕੇ। ਸਿੱਧ ਪੁੱਛਦੇ, ਬਾਬਾ ਤੂੰ ਸ਼ਬਦ ਬੜਾ ਕਰਦਾ, ਸ਼ਬਦ ਦਾ ਵਾਸਾ ਕਹਾਂ ਹੈ? ਸ਼ਬਦ ਕਿੱਥੇ ਰਹਿੰਦਾ ਹੈ? ਬਾਬਾ ਜੀ ਨੇ ਕਿਹਾ ਹਿਰਦੇ 'ਚ। ਸ਼ਬਦ ਹਿਰਦੇ 'ਚ। ਕਿੱਡੇ ਤਕੜੇ ਸਪਿਰਚੁਅਲਿਸਟ ਸੀ ਉਹ ਜੋਗੀ। ਕਹਿੰਦੇ ਜਬ ਹਿਰਦਾ ਨਾ ਹੋਤਾ ਦੇਹ ਨਾ ਹੋਤੀ ਤੇ ਤੇਰਾ ਸ਼ਬਦ ਕਿੱਥੇ ਸੀ? ਜਦੋਂ ਦੇਹ ਹੀ ਨਹੀਂ ਹੈ, ਹਿਰਦਾ ਨਹੀਂ ਹੈ, ਕੁਛ ਨਹੀਂ ਹੈ, ਤੇਰਾ ਸ਼ਬਦ ਫਿਰ ਕਿੱਥੇ? ਕਹਿੰਦਾ ਬਾਬੇ ਨੇ ਫਟ ਜਵਾਬ ਦਿੱਤਾ, ਤਬ ਮੇਰਾ ਸ਼ਬਦ ਸੁਣ ਮੈਂ ਸਮਾਵਾ। ਸੁਣ ਬਸ। ਹੁਣ ਆ ਕਹਿ ਰਹੇ ਸੁਣ ਸਮਾਧੇ ਦੋ ਤੇ ਨਹੀਂ। ਇੱਕ ਸਮਾਧ ਦੀ ਅਵਸਥਾ, ਉੱਥੋਂ ਬਾਅਦ ਸੁਣ ਦੀ ਹੈ। ਕਈ ਯੁੱਗ, ਕਈ ਕੀ ਕਰੇ, ਕਿੰਨੇ ਅਰਬਦ ਨਰਬਦ ਧੰਦੂਕਾਰਾ, ਪਰਮਾਤਮਾ ਸੁਣ ਨਹੀਂ ਬੈਠਾ ਰਿਹਾ। ਉਹਨੂੰ ਮੌਜ ਹੀ ਨਹੀਂ ਆਈ ਦੁਨੀਆ ਬਣਾਉਣ ਦੀ। ਜੋ ਬਾਣੀ ਪੜ੍ਹੋ ਬਾਬੇ ਨਾਨਕ ਦੀ, ਅਸੀਂ ਉਹ ਬਾਣੀ ਪੜ੍ਹ ਕੇ ਹੈਰਾਨ ਹੈ। ਅਸੀਂ ਉਹਦੇ 'ਤੇ ਅੰਦਰੋਂ ਸਵਾਲ ਕਰਦੇ ਹਾਂ, ਬਾਬਾ ਤੂੰ ਕਿੱਥੇ ਦੀ ਉਸ ਵੇਲੇ? ਤੂੰ ਕਿੱਦਾਂ ਚੀਜ਼ਾਂ ਵੀ ਇਹਨੇ ਖੰਡ ਮੰਡਲ ਪਤਾਲ ਬਣਾਏ, ਬ੍ਰਹਮਾ ਮਿਸ਼ਨ ਮਹੇਸ਼ ਬਣਾਏ ਸਾਰੇ, ਔਰ ਅਰਬਦ ਨਰਬਦ ਤੂੰ ਤੰਦੂ, ਤੈਨੂੰ ਮੌਜ ਹੀ ਨਹੀਂ ਆਈ ਬਣਾਈ। ਫਿਰ ਤੈਨੂੰ ਮੌਜ ਆ ਗਈ, ਫਿਰ ਤੂੰ ਧਰਤੀ ਬਣਾਉਣ ਲੱਗਾ, ਦਿਨ ਬਣਾਏ, ਰਾਤ ਬਣਾਏ, ਜਾਨਵਰ ਇਨਸਾਨ ਬਣਾਏ ਸਾਰੇ। ਤਾਂ ਮਾਰੀ ਕਹਿੰਦੇ ਬਾਬਾ ਤੂੰ ਕਿੱਥੇ? ਇਹ ਸੀ ਦੇਵ ਦ੍ਰਿਸ਼ਟੀ 'ਚ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟ ਹੋਏ। ਅੰਦਰ ਦੇਵ ਦ੍ਰਿਸ਼ਟੀ ਪਾ ਕੇ ਦੇ ਆ ਜਾਂਦੀ ਹੈ, ਸਭ ਕੁਝ ਦੇਖ ਸਕਦਾ। ਇਸ ਕਰਕੇ ਆ ਅਸੀਂ ਸਿੰਧ ਨਾ ਕੁਛ ਧੁੱਪ ਐਸੀਆਂ ਅਵਸਥਾ ਦੱਸ ਰਹੇ, ਲੇਕਿਨ ਉਹ ਹੈ ਖਿਆਲੀ ਪਲਾਓ ਨਹੀਂ ਹੈ। ਜੋ ਕਹਿੰਦੇ ਜੀ ਜਿਹੜੇ ਰੱਬ ਨੂੰ ਮੰਨ ਰਹੇ ਉਹਨਾਂ 'ਚ ਖੇਡ ਰਹੇ ਨੇ, ਉਹ ਕੀ ਹੈ? ਸਹਿਜ ਕੀ ਆਕਥ ਕਥਾ ਹੈ ਨਿਰਾਰੀ। ਆ ਦੇਖੋ ਰਹਾਉ ਤੋਂ ਬਾਅਦ ਅਰਧ ਹੋਰ ਆ ਜਿਹੜਾ ਅਭਿਆਸ ਕਰਦੇ ਸਾਧ ਗਰਾਸ ਦਾ ਅਰਧ, ਅੰਦਰ ਨੂੰ ਸਾਹ ਬਾਹਰ ਨੂੰ, ਕਹਿੰਦੇ ਉੱਥੇ ਇਹ ਵੀ ਨਹੀਂ ਹੈ। ਜਿੰਨੀਆਂ ਮੌਜਾਂ ਬਣ ਗਈਆਂ ਅਭਿਆਸ। ਅਰਧ ਉਰਧ ਦੋ ਤੈਨਾ, ਨਾ ਉੱਥੇ ਰਾਤ ਹੈ ਨਾ ਦਿਨ। ਅਰਧ ਉਰਧ ਦੋ ਤੈਨਾ ਹੀ, ਰਾਤ ਦਿਨ ਸਤਹਿਨਾ। ਨਾ ਉੱਥੇ ਰਾਤ ਪੈਂਦੀ ਹੈ ਨਾ ਦਿਨ ਤਾਂ ਪਤਾ ਨਹੀਂ ਕਿੱਦਾਂ ਦੀ ਜਗ੍ਹਾ। ਉਹ ਨਹੀਂ ਹੈ ਖਿਆਲ 'ਚ ਪਾਰੋ। ਸਹਿਜ ਕੀ ਆਕਥ ਕਥਾ ਹੈ ਨਿਰਾਰੀ। ਅਰਧ ਉਰਧ ਦੋ ਤੈਨਾ ਹੀ,
ਰਾਤੇ ਦਿਨ ਸਤਹਿ ਉੱਥੇ ਪਾਣੀ ਹੈ ਨਹੀਂ। ਪਹਿਲਾ ਪਾਣੀ ਜੀਉ ਹੈ ਜਤਾਰਿਆ ਸਭ। ਐਡਾ ਵੱਡਾ ਇੰਪੋਰਟੈਂਟ ਪਾਣੀ ਉੱਥੇ ਉਹ ਵੀ ਨਹੀਂ। ਜਲ ਨਹੀਂ ਪਵਨ ਹਵਾ ਨਹੀਂ ਹੈ। ਜਲ ਨਹੀਂ ਪਵਨ ਉੱਥੇ ਅੱਗ ਨਹੀਂ ਹੈ। ਪਾਵਕ ਫੁਨੇ ਨਾਹੀ ਉੱਥੇ ਅੱਗ ਨਹੀਂ ਹੈ। ਉਹ ਫੁਨੇ ਫੁਨੇ ਕਹਿੰਦੇ ਫੇਰ ਵੀ ਅੱਗ ਨਹੀਂ ਹੈ ਉੱਥੇ। ਪਾਵਕ ਫੁਨੇ ਨਾਹੀ। ਆ ਹੈਡਕੁਆਟਰ ਸਤਿਗੁਰੂ ਦਾ ਹੈ ਅੰਦਰ। ਇੱਥੇ ਸਤਿਗੁਰੂ ਰਹਿੰਦਾ ਜਿਹਦੀਆਂ ਲੱਤਾਂ ਬਾਹਾਂ ਹੈ ਨਹੀਂ। ਅੱਜ ਕੱਲ੍ਹ ਲੱਤਾਂ ਬਾਹਾਂ ਵਾਲੇ ਭਗਵਾਨ ਬਣੇ ਸਾਰੇ। ਉਹ ਕਹਿੰਦੇ ਸਤਿਗੁਰੂ ਤਾਂ ਸਮਾਈ। ਆ ਸਾਡੇ ਸਤਿਗੁਰੂ ਦਾ ਹੈਡਕੁਆਟਰ ਆ ਔਰ ਉਹ ਸਾਡੇ ਅੰਦਰ ਹੀ ਆ। ਆਓ ਪਹਿਲਾਂ ਇੱਕ ਤੁਕ ਪੜ੍ਹ ਲਈਏ। ਅਰਧ ਅਰਧ ਅੰਦਰ ਨੂੰ ਸਾਹ ਜਾਏ, ਉੜਦਾ ਉਲਟਾ ਕੱਢਣਾ ਬਾਹਰ ਨੂੰ। ਇਹ ਹੈ ਸਾਸ ਗਿਰਾਸ। ਸਾਹ ਦਾ ਗਿਰਨਾ ਤੇ ਸਾਹ ਦਾ ਆਉਣਾ। ਅਰਧ ਉਰਧ ਦੋ ਤਹਿ ਨਾਹੀ। ਇਹ ਰਾਤੇ ਦਿਨ ਸਤਹਿ ਨਾਹੀ। ਜਲ ਨਹੀਂ ਪਵਨ ਪਾਵਕ ਫੁਨੇ ਨਾਹੀ। ਅੱਗ ਹੈ ਜਿਹੜੀ ਪੇਟ 'ਚ ਨਹੀਂ ਅੱਗ ਹੈ ਸਾਡੇ। ਜਦੋਂ ਜਨਮ ਲੈਂਦਾ ਬੰਦਾ ਤੂੰ ਬਾਰ-ਬਾਰ ਉਸ ਅੱਗ 'ਚ ਨਹੀਂ ਸੜੇਗਾ। ਪਾਵਕ ਜਲ ਨਹੀਂ ਪਵਨ ਪਾਵਕ ਫੁਨੇ ਨਾਹੀ। ਸਤਿਗੁਰ ਕਹਾਂ ਸਮਾਈ। ਬਾਣੀ ਕਿਹਦੀ ਹੈ? ਕਬੀਰ ਸਾਹਿਬ ਦੀ। ਜਿਸ ਵੇਲੇ 120 ਸਾਲ ਦੇ ਹੋ ਗਏ, ਬਾਬਾ ਨਾਨਕ ਚੜ੍ਹਦੀ ਜਵਾਨੀ 'ਚ ਸੀ। ਉਹ ਸਤਿਗੁਰੂ ਕਹਿ ਰਿਹਾ। ਇਸ ਕਰਕੇ ਉਹ ਸਤੇ ਗੁਰੂ ਹੈ। ਉਹ ਸਤੇ ਗੁਰ ਕੌਣ ਹੈ? ਜਿਹੜਾ ਸਤੇ ਹੈ। ਸਤੇ ਹੈ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਸਤੇ ਕੌਣ ਹੈ? ਜਿਹਦੀ ਸਦਾ ਹੀ ਹੋਂਦ ਹੈ। ਆ ਇਨਸਾਨ ਸਤਿਗੁਰੂ ਨਹੀਂ, ਜਾਂ ਲੱਤਾਂ ਬਾਹਾਂ ਵਾਲਾ ਸਤਿਗੁਰੂ ਨਹੀਂ। ਸਾਡਾ ਸਤਿਗੁਰੂ ਉੱਥੇ ਸਮਾਉਂਦਾ ਹੈ। ਆਓ ਉਹਦਾ ਹੈਡਕੁਆਟਰ ਲੱਭ ਪਿਆ। ਇੱਕ ਵਾਰੀ ਫੇਰ ਕਹੀਏ। ਅਰਧ ਉਰਧ ਇਹ ਦੋ ਤਹਿ ਨਾਹੀ। ਇਹ ਰਾਤੇ ਦਿਨ ਸਤਹਿ ਨਾਹੀ। ਜਲ ਨਹੀਂ ਪਵਨ ਪਾਵਕ ਫੁਨੇ ਨਾਹੀ। ਪਾਵਕ ਬਹੁਤ ਵਾਰੀ ਲਫ਼ਜ਼ ਆਏਗਾ। ਇਹਨੂੰ ਅੱਗ ਸਮਝਣਾ ਹੈ। ਜਿਹੜਾ ਪੰਜਾਂ ਤੱਤਾਂ 'ਚ ਇੱਕ ਤੱਤ ਹੈ। ਪਾਵਕ ਫੁਨੇ ਨਾਹੀ। ਇਹ ਸਤਿਗੁਰ ਤਾਂ ਸਮਾਈ। ਅਖੀਰਲੀਆਂ ਤੁਕਾਂ ਨਿਚੋੜ ਕੱਢਣਗੇ ਕਬੀਰ ਸਾਹਿਬ। ਆਗਮ ਅਗੋਚਰ ਰਹਿ ਨਿਰੰਤਰ। ਆਵੇ ਸਮਝੇ ਸੂਝੇ ਪੜ ਦੂਜੇ। ਅੰਤ ਨਿਰੰਤਰੇ ਸੱਚ। ਹਵਾ ਬੇਨਾ ਆ ਨਿਰੰਤਰ ਅੰਦਰ ਦੇ ਅੰਦਰ ਬੈਠਾ। ਆਗਮ ਅਗੋਚਰ ਉਹ ਅਨਐਕਸੈਸਿਬਲ ਅਨਅਪਰੋਚੇਬਲ ਹੈ। ਐਡੀ ਵੱਡੀ ਉਹ ਚੀਜ਼ ਹੈ। ਆਗਮ ਅਗੋਚਰ ਰਹਿ ਨਿਰੰਤਰੇ। ਫਿਰ ਅਸੀਂ ਕਹਿੰਦੇ ਫੜਨ ਦਾ ਵੀ ਤਰੀਕਾ ਹੈ। ਅੱਗੇ ਦੱਸ ਰਹੇ ਨੇ। ਗੁਰ ਕਿਰਪਾ ਤੇ ਨਹੀਂ ਹੈ। ਹਾਂ ਸਤਿਗੁਰੂ ਦੀ ਕਿਰਪਾ ਹੋ ਜਾਏ ਕਿਤੇ ਫੇਰ ਉਹਨੂੰ ਫੜਿਆ ਜਾ ਸਕਦਾ। ਲੈਣਾ ਕਹਿੰਦੇ ਫੜਨਾ। ਇਹ ਗੁਰ ਕਿਰਪਾ ਤੇ ਨਹੀਂ ਹੈ। ਕਹਿੰਦੇ ਆਹ ਮੈਂ ਸਤਿਗੁਰੂ ਆਪਣੇ ਗੁਰ ਤੋਂ ਬਲ ਜਾਵਾਂ। ਕਹੋ ਕਬੀਰ ਭਲੇ ਜਾਉ ਗੁਰ ਆਪਣੇ। ਇਹ ਕਹੋ ਕਬੀਰ ਭਲੇ ਜਾਉ ਗੁਰ ਆਪਣੇ। ਸਤ ਸੰਗ ਤੇ ਮਿਲੇ ਰਹੀ ਹੈ। ਆਵੇ ਸਤ ਦੀ ਸੰਗਤ ਅੰਦਰ ਜਿੱਥੇ ਸਾਡੇ ਹੈਡਕੁਆਟਰ ਆ। ਦੇਖੋ ਸਤਿਗੁਰੂ ਸਾਹਿਬ ਹੋ ਗਿਆ ਵੀ ਕਿੱਥੇ ਰਹਿੰਦਾ। ਉਹ ਕੀ ਚੀਜ਼ ਹੈ? ਉਹ ਸਤ ਸੰਗਤ ਹੈ। ਨਿਰੀ ਸੰਗਤ ਬਾਹਰ ਹੈ। ਸਤ ਦੀ ਸੰਗਤ ਆ ਹੈ। ਇਹ ਸਤ ਸੰਗ ਤੇ ਮਿਲੇ ਰਹੀ ਹੈ। ਇਹ ਕਹੋ ਕਬੀਰ ਭਲੇ ਜਾਉ ਗੁਰ ਆਪਣੇ। ਸਤ ਸੰਗ ਤੇ ਮਿਲੇ ਰਹੀ ਹੈ। ਉਹਨੂੰ
ਕਿੱਦਾਂ ਅਸੀਂ ਅੰਦਰ ਵੜੀਏ, ਕਿੱਦਾਂ ਉਹਨੂੰ? ਜਿੰਨ ਚਿਰ ਤੂੰ ਅਭਿਆਸ ਨਹੀਂ ਕਰਦਾ, ਨਾਮ ਨਹੀਂ ਜਪਦਾ, ਤੂੰ ਆਪਣੇ ਅੰਦਰ ਨਹੀਂ ਵੜ ਸਕਦਾ। ਇਸ ਕਰਕੇ ਗੁਰੂ ਬਾਬਾ ਨਾਨਕ ਆਪਣੇ ਸਿੱਖ ਪੁੱਤਾਂ ਨੂੰ ਦੱਸ ਰਿਹਾ ਤਰੀਕਾ ਵੀ ਮੈਂ ਇਸ ਤਰ੍ਹਾਂ ਅਭਿਆਸ ਕੀਤਾ ਔਰ ਤੁਸੀਂ ਵੀ ਇਸ ਤਰ੍ਹਾਂ ਕਰੋ, ਤਾਂ ਇਹ ਜਿਹੜੇ ਉੱਚੇ ਅੰਦਰ ਵੜ ਕੇ ਆ ਟਿਕਾਣੇ ਲੱਭ ਸਕਦੇ ਹੋ। ਟਿਕਿਆ ਕੇ ਆਖੈ ਸ਼ਬਦ ਆਖੈ, ਅਰਧ ਪੁਰਤ ਦਿਨ ਰਾਤੇ। ਟਿਕਿਆ ਕੇ ਆਖੈ ਸ਼ਬਦ ਆਖੈ, ਅਰਧ ਪੁਰਤ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ। ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।